ਪਹਿਲਾ ਟੌਪਿਕ ਆਪਾਂ ਕਰ ਰਹੇ ਸੀ ਉਹਦੇ ਵਿੱਚ ਨੈਕਸਟ ਆਪਣਾ ਟੌਪਿਕ ਹੈਗਾ ਰੈਸਿਸਟੈਂਟ ਟੂ ਚੇਂਜ। ਆਪਾਂ ਟੌਪਿਕ ਜਿਹੜਾ ਪੜ੍ਹ ਰਹੇ ਸੀ ਆਰਗੇਨਾਈਜੇਸ਼ਨ ਚੇਂਜ ਕਰ ਰਹੇ ਸੀ, ਮੀਨਸ ਕੁਝ ਵੀ ਚੇਂਜਸ ਆਉਂਦੀਆਂ ਹੈਗੀਆਂ, ਪਲਾਨਡ ਜਾਂ ਅਨਪਲਾਨਡ ਵੀ ਹੋ ਸਕਦੀਆਂ ਨੇ, ਇੰਟਰਨਲ ਜਾਂ ਐਕਸਟਰਨਲ ਚੇਂਜ ਵੀ ਹੋ ਸਕਦੇ ਨੇ। ਹੁਣ ਹੈਗਾ ਰੈਸਿਸਟੈਂਟ ਟੂ ਚੇਂਜ। ਰੈਸਿਸਟੈਂਸ ਦਾ ਮਤਲਬ ਹੁੰਦਾ ਰੁਕਾਵਟ। ਚੇਂਜਸ ਆਉਣ ਦੇ ਵਿੱਚ ਕਹਿੰਦਾ ਰੁਕਾਵਟਾਂ ਕੀ ਹੁੰਦੀਆਂ ਕੰਪਨੀ ਦੇ ਵਿੱਚ, ਕਿਉਂਕਿ ਜਦੋਂ ਵੀ ਚੇਂਜਸ ਆਉਂਦੇ ਨੇ ਕੋਈ ਨਾ ਕੋਈ ਬੰਦਾ ਰੁਕਾਵਟ ਕਰਨ ਵਾਲੇ ਹੁੰਦੇ ਨੇ। ਇਹਨਾਂ ਨੇ ਲਿਖਿਆ ਵੀ ਹੈਗਾ ਕਹਿੰਦਾ ਸੋਰਸ ਆਫ ਰੈਸਿਸਟੈਂਸ, ਕਿਹੜੇ ਸੋਰਸ ਨੇ ਜਿਸ ਬੇਸ ਤੇ ਕਹਿੰਦਾ ਸਾਡੀ ਰੈਸਿਸਟੈਂਸ ਹੁੰਦੀ ਵੀ ਰੁਕਾਵਟ ਹੁੰਦੀ ਹੈ। ਸਭ ਤੋਂ ਪਹਿਲਾਂ ਹੈਗਾ ਇੰਡੀਵਿਜੂਅਲ ਰੈਸਿਸਟੈਂਸ। ਇੰਡੀਵਿਜੂਅਲ ਰੈਸਿਸਟੈਂਸ ਦਾ ਮਤਲਬ ਕਿ ਜਦੋਂ ਖੁਦ ਕੰਪਨੀ 'ਚ ਕੰਮ ਕਰਨ ਵਾਲੇ ਪਰਸਨਸ ਇੰਡੀਵਿਜੂਅਲ ਬੇਸ ਤੇ ਰੁਕਾਵਟਾਂ ਲੈ ਕੇ ਆਉਂਦੇ ਹੁੰਦੇ ਨੇ, ਉਹਨਾਂ ਦੇ ਵੀ ਆਪਣੇ ਰੀਜ਼ਨਸ ਹੁੰਦੇ ਨੇ। ਉਹ ਚਾਹੁੰਦੇ ਨੇ ਵੀ ਕਿ ਉਹਨਾਂ ਚੇਂਜਸ ਆਣਗੇ ਤਾਂ ਸਾਨੂੰ ਕੁਝ ਨੁਕਸਾਨ ਹੋ ਸਕਦਾ। ਜਿਵੇਂ ਸਭ ਤੋਂ ਪਹਿਲਾਂ ਇਕਨੋਮਿਕ ਰੀਜ਼ਨਸ। ਇਕਨੋਮਿਕ ਰੀਜ਼ਨਸ ਕੀ ਹੋਣਗੇ? ਸਾਡੇ ਕੋਲ ਹੁੰਦਾ ਵੀ ਸਾਡੀ ਟੈਕਨੋਲੋਜੀ ਨਾਲ ਅਨਇੰਪਲੋਇਮੈਂਟ ਹੋ ਸਕਦੀ ਹੈ, ਪੈਸਾ ਸਾਡਾ ਜ਼ਿਆਦਾ ਲੱਗ ਸਕਦਾ ਹੈਗਾ, ਸਾਡਾ ਟਾਈਮ ਜ਼ਿਆਦਾ ਲੱਗ ਸਕਦਾ ਹੈਗਾ, ਜਾਂ ਫਿਰ ਵੇਜਿਸ ਸਾਡੀਆਂ ਘਟ ਸਕਦੀਆਂ ਕਿਉਂਕਿ ਟੈਕਨੋਲੋਜੀਜ਼ ਆਣਗੀਆਂ। ਹਰੇਕ ਬੰਦਾ ਸੋਚੂਗਾ ਵੀ ਸਾਨੂੰ ਕੋਸਟ ਘੱਟ ਲੱਗੀ ਤਾਂ ਸਾਡੀ ਵੇਜਿਸ ਵਗੈਰਾ ਘਟ ਸਕਦੀਆਂ, ਤਾਂ ਇਹ ਇਕਨੋਮਿਕ ਰੀਜ਼ਨਸ ਹੋਣਗੇ ਉਹਦੇ ਵਿੱਚ। ਦੂਸਰਾ ਫੀਅਰ ਆਫ ਅਨਨੋਨ। ਹਮੇਸ਼ਾ ਇਹ ਡਰ ਹੁੰਦਾ ਕਿ ਸਾਨੂੰ ਕੁਝ ਪਤਾ ਹੀ ਨਹੀਂ ਹੈ, ਜਦੋਂ ਨਵਾਂ ਕੁਝ ਚੀਜ਼ ਆਊਗਾ ਵੀ ਅਸੀਂ ਕਿਵੇਂ ਸਿੱਖਾਂਗੇ ਔਰ ਕਿਵੇਂ ਕਰਾਂਗੇ, ਹਮੇਸ਼ਾ ਡਰ ਰਹਿੰਦਾ ਹੈ। ਥਰਡ ਫੀਅਰ ਆਫ ਲੋਸ। ਹਰੇਕ ਬੰਦੇ ਨੂੰ ਆਪਣੇ ਲੋਸ ਦਾ ਵੀ ਡਰ ਹੁੰਦਾ ਹੈ। ਇੰਡੀਵਿਜੂਅਲ ਰੀਜ਼ਨਸ ਹੈ, ਜਦੋਂ ਅਸੀਂ ਇੰਡੀਵਿਜੂਅਲ ਬੇਸ ਕੰਮ ਕਰਾਂਗੇ ਤਾਂ ਹਰੇਕ ਬੰਦੇ ਨੂੰ ਮੇਰੀ ਜੌਬ ਚਲੀ ਜਾਊਗੀ ਜਾਂ ਮੇਰੀ ਸੈਲਰੀ ਵਗੈਰਾ ਘਟ ਜਾਣੀ ਹੈਗੀ, ਹਮੇਸ਼ਾ ਸਾਨੂੰ ਲੋਸ ਦਾ ਰਹਿੰਦਾ ਹੈਗਾ। ਸਿਕਿਉਰਿਟੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕੁਝ ਬੰਦੇ ਆਪਣੇ ਆਪ ਨੂੰ ਸੇਫਟੀ ਦੇ ਵਿੱਚ ਨਹੀਂ ਹੁੰਦੇ। ਬਹੁਤ ਲੋਕ ਕਹਿੰਦੇ ਸਾਨੂੰ ਨਵੀਂ ਟੈਕਨੋਲੋਜੀ ਆਊਗੀ, ਸਾਨੂੰ ਕੁਝ ਚਲਾਉਣਾ ਤਾਂ ਆਉਂਦਾ ਨਹੀਂ ਹੈ, ਤਾਂ ਸਾਨੂੰ ਪ੍ਰੋਬਲਮਸ ਹੋ ਸਕਦੀਆਂ ਹੈਗੀਆਂ ਨੇ। ਸਟੇਟਸ ਕਿਉਂ? ਸਟੇਟਸ ਦਾ ਮਤਲਬ ਹੁੰਦਾ ਵੀ ਸਾਡੀ ਜਗ੍ਹਾ ਕੋਈ ਹੋਰ ਪਰਸਨ ਲੈ ਜਾਊਗਾ। ਜਿਵੇਂ ਸਾਡਾ ਸਟੇਟਸ ਕੰਪਨੀ ਜੋ ਬਣਿਆ ਹੋਏਗਾ ਇੰਡੀਵਿਜੂਅਲ ਪਰਸਨ ਤੇ ਸਾਨੂੰ ਇਹ ਹੁੰਦਾ ਹੈ, ਜੇ ਅਸੀਂ ਇੱਕ ਬਿਜ਼ਨਸ ਲੈਵਲ ਤੇ ਦੇਖਾਂਗੇ ਤਾਂ ਹੋਏਗਾ ਸਾਡਾ ਬਿਜ਼ਨਸ ਜੋ ਹੈ ਡਾਊਨ ਆ ਸਕਦਾ, ਸਾਡੀ ਜਗ੍ਹਾ ਕੋਈ ਹੋਰ ਹੋਰ ਕੰਪਨੀ ਜੋ ਹੈ ਅੱਗੇ ਆ ਸਕਦੀ ਹੈ। ਪੀਅਰ ਪ੍ਰੈਸ਼ਰ ਦਾ ਮਤਲਬ ਕੀ ਹੁੰਦਾ ਹੈ? ਇਹਦੇ ਉੱਪਰ ਜਿਹੜੇ ਤੁਹਾਡੇ ਉੱਪਰ ਵਾਲੇ ਪਰਸਨਸ ਹੋਣਗੇ ਉਹ ਤਾਂ ਹਮੇਸ਼ਾ ਪ੍ਰੈਸ਼ਰ ਰਹਿੰਦਾ ਹੈਗਾ, ਉਹ ਪ੍ਰੈਸ਼ਰ ਕਰਕੇ ਚੱਲਦੇ ਵੀ ਤੁਹਾਨੂੰ ਇਹਨੂੰ ਅਡਾਪਟ ਕਰਨਾ ਹੀ ਪੈਣਾ ਹੈਗਾ। ਪਲੱਸ ਅਸੀਂ ਪ੍ਰੈਸ਼ਰ ਦੇ ਵਿੱਚ ਸਾਨੂੰ ਕੰਮ ਕਰਨਾ ਪੈਂਦਾ ਹੈਗਾ, ਇਹ ਰੈਸਿਸਟੈਂਸ ਦੇ ਵਿੱਚ ਹਮੇਸ਼ਾ ਆਏਗਾ। ਉਸ ਤੋਂ ਬਾਅਦ ਡਿਸਰਪਸ਼ਨ ਆਫ ਇੰਟਰਨਲ ਪਰਸਨਲ ਰਿਲੇਸ਼ਨਸ਼ਿਪ। ਜਿਹੜੇ ਤੁਹਾਡੇ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਬਣੇ ਹੁੰਦੇ ਨੇ ਬਿਜ਼ਨਸ ਦੇ ਵਿੱਚ, ਉਹ ਹਮੇਸ਼ਾ ਅਫੈਕਟ ਹੁੰਦੇ ਨੇ ਜਦੋਂ ਵੀ ਕੁਝ ਵੀ ਚੇਂਜਸ ਕੰਪਨੀ ਦੇ ਵਿੱਚ ਆਉਂਦੇ ਹੈਗੇ। ਉਸ ਤੋਂ ਬਾਅਦ ਹੈਗਾ ਆਰਗੇਨਾਈਜੇਸ਼ਨ ਰੈਸਿਸਟੈਂਸ। ਆਰਗੇਨਾਈਜੇਸ਼ਨ ਮੀਨਸ ਕੰਪਨੀਆਂ ਕਿਉਂ ਚਾਹੁੰਦੀਆਂ ਹੈਗੀਆਂ ਨੇ ਵੀ ਨਾ ਕੋਈ ਚੀਜ਼ ਚੇਂਜ ਹੋਵੇ। ਪਹਿਲਾ ਪੁਆਇੰਟ ਰਿਸੋਰਸ ਕੰਸੈਂਟਰੇਟ। ਕੰਪਨੀ ਇਹ ਚਾਹੁੰਦੀ ਹੈਗੀ ਨੇ ਵੀ ਜਿਹੜੇ ਉਹਨਾਂ ਕੋਲ ਆਪਣੇ ਰਿਸੋਰਸਿਸ ਹੈਗੇ ਨੇ ਉਹਨਾਂ ਦੇ ਵਿੱਚ ਪ੍ਰੋਬਲਮਸ ਆ ਸਕਦੀਆਂ, ਜਿਵੇਂ ਕਿ ਲੇਬਰ, ਲੈਂਡ, ਮਸ਼ੀਨਸ ਦੇ। ਕਈ ਵਾਰ ਮਤਲਬ ਨਿਊ ਟੈਕਨੋਲੋਜੀ ਆ ਗਈ, ਸਾਡੀਆਂ ਜਿਹੜੀਆਂ ਪਹਿਲਾਂ ਮਸ਼ੀਨਸ ਲੱਗੀਆਂ ਹੋਈਆਂ ਨੇ ਉਹ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ ਹੈਗੀਆਂ। ਸਾਡੇ ਕੋਲ ਜੋ ਲੇਬਰ ਕੰਮ ਕਰ ਰਹੀ ਹੈ ਉਹ ਲੇਬਰ 'ਚ ਪ੍ਰੋਬਲਮ ਆ ਸਕਦੀ ਹੈਗੀ ਹੈ। ਪਲੱਸ ਸਾਡਾ ਪੈਸਾ ਜੋ ਹੈ, ਜੋ ਅਸੀਂ ਸੋਚ ਕੇ ਚੱਲੇ ਹੁੰਦੇ ਹਾਂ, ਸਾਨੂੰ ਉਸ ਤੋਂ ਇਲਾਵਾ ਐਕਸਟਰਾ ਇਨਵੈਸਟਮੈਂਟ ਕਰਨੀ ਪੈ ਜਾਂਦੀ ਹੈਗੀ, ਤਾਂ ਕੰਪਨੀ ਸੋਚਦੀ ਸਾਡੇ ਰਿਸੋਰਸਿਸ ਪ੍ਰੋਬਲਮ ਆ ਸਕਦੀ ਹੈ। ਦੂਸਰਾ ਸਟਰਕਚਰਲ ਇੰਟੀਰੀਅਰ। ਕੰਪਨੀ ਨੇ ਜੋ ਸਟਰਕਚਰ ਪਹਿਲਾਂ ਤੋਂ ਸੈਟਅਪ ਕੀਤਾ ਹੁੰਦਾ ਵੀ ਕੰਮ ਕਿਸ ਬੇਸ ਨਾਲ ਹੋਣਾ ਹੈ, ਉਹ ਸਟਰਕਚਰ ਦੇ ਵਿੱਚ ਹੀ ਪ੍ਰੋਬਲਮਸ ਆ ਜਾਂਦੀਆਂ ਨੇ। ਮੀਨਸ ਉਹਨਾਂ ਨੂੰ ਆਪਣਾ ਸਟਰਕਚਰ ਨਿਊ ਟੈਕਨੋਲੋਜੀ ਦੇ ਅਕੋਰਡਿੰਗ ਸੈਟਅਪ ਕਰਨਾ ਪੈਂਦਾ ਹੈਗਾ। ਉਸ ਤੋਂ ਬਾਅਦ ਹੈ ਸੰਕ ਕੋਸਟ ਦਾ ਮਤਲਬ ਹੁੰਦਾ ਜਿਹੜੀ ਅਸੀਂ ਕੈਪੀਟਲ ਰੱਖੀ ਹੁੰਦੀ ਆਪਣੀ, ਸਾਨੂੰ ਇਮਰਜੈਂਸੀ ਬੇਸ ਦੇ ਉੱਪਰ ਉਹ ਲਗਾਉਣੀ ਪੈਂਦੀ ਹੈਗੀ ਹੈ, ਜਿਹਦੇ ਬਾਰੇ ਅਸੀਂ ਪਹਿਲਾਂ ਤੋਂ ਪਲਾਨ ਨਹੀਂ ਕੀਤਾ ਹੁੰਦਾ। ਵੀ ਸਾਨੂੰ ਸੈਟਅਪ ਕਰਨ ਲਈ ਕੁਝ ਨਾ ਕੁਝ ਤਾਂ ਨਵੀਂ ਕੋਸਟ ਲਗਾਉਣੀ ਪੈਣਗੀ। ਮੰਨ ਲਓ ਐਗਜ਼ਾਮਪਲ ਨਿਊ ਮਸ਼ੀਨ ਆ ਗਈ ਤਾਂ ਨਿਊ ਮਸ਼ੀਨ ਸਾਨੂੰ ਲੈਣੀ ਪੈਣੀ ਅਗਰ ਅਸੀਂ ਬਿਜ਼ਨਸ ਪ੍ਰੋਪਰ ਕਰਨਾ ਚਾਹੁੰਦੇ ਹੈਗੇ, ਤਾਂ ਸਾਡੀ ਕੋਸਟ ਨਿਕਲ ਕੇ ਆਉਣੀ ਹੈ। ਤਾਂ ਇਸ ਲਈ ਕੰਪਨੀ ਨੂੰ ਪ੍ਰੋਬਲਮ ਹੁੰਦੀ ਵੀ ਅਸੀਂ ਜੋ ਹੈ ਰੁਕਾਵਟ ਜ਼ਰੂਰ ਕਰੀਏ ਤਾਂ ਕਿ ਕੁਝ ਵੀ ਚੇਂਜਸ ਨਾ ਹੋਣ। ਫਿਰ ਹੈ ਪੋਲਿਟਿਕਸ। ਜਦੋਂ ਵੀ ਕਹਿੰਦਾ ਕੰਪਨੀ ਦੇ ਵਿੱਚ ਕੁਝ ਨया ਚੇਂਜ ਆ ਰਿਹਾ ਹੈ ਤਾਂ ਪੋਲਿਟਿਕਸ ਜਨਰੇਟ ਹੋਣ ਲੱਗ ਜਾਂਦੀ ਹੈ। ਹਰੇਕ ਬੰਦਾ ਆਪਣੇ ਆਪ ਨੂੰ ਉੱਪਰ ਦਿਖਾਉਣ ਲਈ ਕੁਝ ਨਾ ਕੁਝ ਨਵਾਂ ਕਰੂਗਾ, ਜਾਂ ਫਿਰ ਕੁਝ ਬੰਦੇ ਇਦਾਂ ਦੇ ਵੀ ਹੁੰਦੇ ਨੇ ਲੋਕ ਦੂਸਰੇ ਲੋਕਾਂ ਨੂੰ ਭੜਕਾਉਣਾ ਸਟਾਰਟ ਕਰ ਦਿੰਦੇ ਨੇ ਵੀ ਕੰਪਨੀ ਚੇਂਜਸ ਆ ਰਹੇ ਹੈ, ਆਪਾਂ ਇਹ ਚੀਜ਼ ਹੋਣ ਹੀ ਨਹੀਂ ਦੇਣੀ ਹੈਗੀ, ਤਾਂ ਇਹ ਗੜਬੜ ਵੀ ਕੰਪਨੀ ਲਈ ਖਰਾਬ ਹੁੰਦੀ ਹੈ। ਉਸ ਤੋਂ ਬਾਅਦ ਥ੍ਰੈਟ ਆਫ ਇਸਟੈਬਲਿਸ਼ ਪਾਵਰ ਰਿਲੇਸ਼ਨਸ਼ਿਪ। ਕੰਪਨੀ ਨੂੰ ਇਹ ਵੀ ਡਰ ਹੁੰਦਾ ਕਿ ਕੁਝ ਕੰਪਨੀਜ਼ ਦੇ ਵਿੱਚ ਪਾਵਰ ਰਿਲੇਸ਼ਨਸ਼ਿਪ ਦਾ ਥ੍ਰੈਟ ਹੋ ਜਾਂਦਾ। ਮੀਨਸ ਕੁਝ ਬੰਦੇ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਹੁੰਦੀ ਹੈ ਉਹ ਆਪਣੇ ਆਪ ਨੂੰ ਰਾਜੇ ਸਮਝਣਾ ਸਟਾਰਟ ਕਰ ਦਿੰਦੇ ਨੇ ਵੀ ਸਾਨੂੰ ਇਸ ਚੀਜ਼ ਦੀ ਜ਼ਿਆਦਾ ਨੌਲੇਜ ਹੈ ਔਰ ਸਾਡੇ ਤੋਂ ਬਿਨਾਂ ਕੰਪਨੀ ਨਹੀਂ ਚੱਲ ਸਕਦੀ। ਇਹ ਚੀਜ਼ ਦਾ ਵੀ ਹਮੇਸ਼ਾ ਕੰਪਨੀ ਦੇ ਮਨ 'ਚ ਡਰ ਹੁੰਦਾ, ਇਸ ਲਈ ਉਹ ਟੈਕਨੋਲੋਜੀ ਨੂੰ ਅਡੋਪਟ ਕਰਨ ਤੋਂ ਥੋੜਾ ਜਿਹਾ ਹਿਚਕਿਚਾਹਟ ਕਰਦੇ ਨੇ। ਥ੍ਰੈਟ ਆਫ ਐਕਸਪਰਟਾਈਜ਼ ਮੀਨਸ ਹਮੇਸ਼ਾ ਜਦੋਂ ਵੀ ਕੋਈ ਨਵੀਂ ਟੈਕਨੋਲੋਜੀ ਆਊਗੀ ਸਾਨੂੰ ਐਕਸਪਰਟ ਪਰਸਨ ਦਾ ਨੌਲੇਜ ਚਾਹੀਦੀ ਹੁੰਦੀ ਹੈ, ਔਰ ਜਿਹੜਾ ਪਰਸਨ ਐਕਸਪਰਟ ਆਊਗਾ ਉਹਨੇ ਆਪਣੇ ਮੂੰਹ ਮੰਗੀ ਕੀਮਤ ਮੰਗਣੀ ਹੁੰਦੀ ਹੈ, ਕਿਉਂਕਿ ਕੰਪਨੀਜ਼ ਦੇ ਅਕੋਰਡਿੰਗ ਨਹੀਂ ਚੱਲਦਾ। ਫਿਰ ਉਹ ਬੰਦਾ ਕਹਿੰਦਾ ਮੈਨੂੰ ਇਨੀਸ਼ੀਅਲ ਚਾਹੀਦੀ ਹੈ, ਅਗਰ ਤੁਹਾਨੂੰ ਮੁੱਦੇ ਤੋਂ ਰੱਖੋ ਅਦਰਵਾਈਜ਼ ਲੀਵ ਕਰ ਦਿਓ, ਤਾਂ ਕੰਪਨੀ ਦੇ ਉੱਪਰ ਇਸ ਚੀਜ਼ ਦਾ ਪ੍ਰੈਸ਼ਰ ਬਣਦਾ ਹੈ, ਤਾਂ ਉਹ ਵੀ ਰੈਸਿਸਟੈਂਸ ਕਰਦੇ ਨੇ, ਰੁਕਾਵਟ ਕਰਦੇ ਨੇ ਵੀ ਅਸੀਂ ਟੈਕਨੋਲੋਜੀ ਨੂੰ ਮੋਸਟਲੀ ਅਡੋਪਟ ਨਾ ਕਰੀਏ। ਫਿਰ ਹੁੰਦਾ ਗਰੁੱਪ ਇੰਟੀਰੀਅਰ। ਅਗਰ ਤਾਂ ਕਹਿੰਦਾ ਇੰਡੀਵਿਜੂਅਲ ਪ੍ਰੋਪਰ ਤਰੀਕੇ ਤੇ ਕੰਮ ਕਰ ਰਹੇ ਹੋਣ ਫਿਰ ਕੰਪਨੀ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਲੇਕਿਨ ਜਦੋਂ ਟੈਕਨੋਲੋਜੀ ਆਉਂਦੀ ਹੈ ਤਾਂ ਗਰੁੱਪ ਦੇ ਵਿੱਚ ਜ਼ਿਆਦਾ ਪ੍ਰੋਬਲਮਸ ਹੋ ਜਾਂਦੀਆਂ ਨੇ।
ਕਿਉਂਕਿ ਗਰੁੱਪ ਦੇ ਵਿੱਚ ਸਾਰੇ ਜਾਣੇ ਪਰਸਨ ਮਿਲ ਕੇ ਉਦਾਂ ਦਾ ਕੰਮ ਕਰ ਲੈਣਗੇ ਨਹੀਂ ਕਹਿ ਸਕਦੇ। ਮੰਨ ਲਓ ਇੱਕ ਪਰਸਨ ਨੂੰ ਨੌਲੇਜ ਹੈਗੀ ਹੈ ਤਾਂ ਦੂਸਰੇ ਪਰਸਨ ਦੇ ਉੱਪਰ ਦਬਾਅ ਬਣਾਊਗਾ ਕੰਮ ਕਰਾਉਣ ਲਈ, ਤਾਂ ਗਰੁੱਪ ਦੇ ਵਿੱਚ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਕੋਈ ਵੀ ਟੈਕਨੋਲੋਜੀ ਆਊਗੀ। ਤਾਂ ਕੰਪਨੀ ਦੇ ਵਿੱਚ ਕਹਿੰਦਾ ਇੰਡੀਵਿਜੂਅਲ ਬੇਸ ਤੇ ਵੀ ਰੈਸਿਸਟੈਂਸ ਹੁੰਦੀ ਹੈ, ਜਿਹੜੇ EMPLOYEES ਕੰਮ ਕਰ ਰਹੇ ਨੇ ਉਹ ਰੁਕਾਵਟਾਂ ਲੈ ਕੇ ਆਉਂਦੇ ਨੇ, ਉਹਨਾਂ ਨੂੰ ਆਪਣੇ ਰੀਜ਼ਨਸ ਹੁੰਦੇ ਨੇ ਰੁਕਾਵਟਾਂ ਲੈ ਕੇ ਆਉਣ ਦੇ। ਕੰਪਨੀ ਕੋਲ ਆਪਣੇ ਰੀਜ਼ਨਸ ਹੁੰਦੇ ਨੇ ਜਦੋਂ ਟੈਕਨੋਲੋਜੀ ਆਣੀ ਤਾਂ ਅਸੀਂ ਕਿਸ ਚੀਜ਼ ਨੂੰ ਅਸੀਂ ਕਿਵੇਂ ਰੋਕਣਾ ਹੈਗਾ। ਮੈਨੇਜਿੰਗ ਰੈਸਿਸਟੈਂਸ ਟੂ ਚੇਂਜ, ਕਹਿੰਦਾ ਜਿਹੜੀ ਕੰਪਨੀ ਦੇ ਵਿੱਚ ਰੁਕਾਵਟਾਂ ਆਉਂਦੀਆਂ ਨੇ ਵੀ ਕੋਈ ਚੇਂਜ ਆ ਰਿਹਾ ਉਹਨੂੰ ਰੋਕਣ ਲਈ ਅਸੀਂ ਉਹਨੂੰ ਕਿਸ ਤਰ੍ਹਾਂ ਮੈਨੇਜ ਕਰ ਸਕਦੇ ਹਾਂ, ਮੀਨਸ ਕਿਸ ਤਰ੍ਹਾਂ ਅਸੀਂ ਰੋਕ ਸਕਦੇ ਹਾਂ ਵੀ ਕੋਈ ਬੰਦਾ ਰੁਕਾਵਟ ਨਾ ਕਰੇ। ਪੁਆਇੰਟਸ ਲਿਖੇ ਨੇ ਸਭ ਤੋਂ ਪਹਿਲਾਂ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ, ਕਿਉਂ ਨਾ ਕਹਿੰਦਾ ਪ੍ਰੋਪਰ ਸਟੱਡੀ ਹੀ ਉਦਾਂ ਦੀ ਕਰਵਾਈ ਜਾਵੇ ਜਾਂ ਫਿਰ ਗੱਲਬਾਤ ਹੀ ਪ੍ਰੋਪਰ ਤਰੀਕੇ ਨਾਲ ਉਦਾਂ ਕਰੀ ਜਾਵੇ ਤਾਂ ਕਿ ਕੁਝ ਵੀ ਟੈਕਨੋਲੋਜੀ ਆਵੇ ਬੰਦਾ ਡਰੇ ਨਾ, ਉਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਅਡੋਪਟ ਕਰੇ। ਵੀ ਚੇਂਜਸ ਆਏ ਨੇ ਸਾਡੇ ਫਾਇਦੇ ਲਈ ਆਏ ਨੇ। ਅੱਜ ਦੇ ਟਾਈਮ ਦੇ ਵਿੱਚ ਮੋਸਟਲੀ ਜਿਵੇਂ ਅਸੀਂ ਡਿਗਰੀਜ਼ ਵਗੈਰਾ ਕਰਦੇ ਹਾਂ ਜਾਂ ਮਾਸਟਰ ਡਿਗਰੀ ਕਰ ਲਈਏ ਜਾਂ ਪੋਸਟ ਗ੍ਰੈਜੂਏਸ਼ਨ ਕਰ ਲਈਏ ਜਾਂ ਬੈਚਲਰ ਕਰੀਏ ਤਾਂ ਉਹਦੇ ਵਿੱਚ ਮੋਸਟਲੀ ਕੀ ਹੈ ਪ੍ਰੈਕਟੀਕਲ ਕੰਮ ਦੇ ਵਿੱਚ ਪਲੱਸ ਟ੍ਰੇਨਿੰਗ ਦਾ ਕੰਮ ਜ਼ਰੂਰ ਹੁੰਦਾ ਹੈਗਾ, ਤਾਂ ਕਿ ਸਟੱਡੀ ਦੇ ਵਿੱਚ ਵੀ ਬੁੱਕਸ ਉਦਾਂ ਦੀ ਦਿਖੀ ਜਾਣਗੀਆਂ, ਤੁਹਾਨੂੰ ਐਗਜ਼ਾਮਪਲਸ ਉਦਾਂ ਦੀ ਮਿਲਣਗੀਆਂ, ਤੁਹਾਨੂੰ ਪ੍ਰੋਪਰ ਉਹਦੇ ਬਾਰੇ ਨੌਲੇਜ ਹੋਵੇ ਜਿਹੜਾ ਤੁਸੀਂ ਕੰਮ ਕਰਨਾ ਹੈਗਾ। ਪਾਰਟਿਸਿਪੇਸ਼ਨ, ਹਮੇਸ਼ਾ ਕਹਿੰਦਾ ਪਾਰਟਿਸਿਪੇਸ਼ਨ ਜ਼ਰੂਰ ਰੱਖਿਆ ਜਾਵੇ। ਡਿਫਿਕਲਟ ਕੰਮ ਦੇ ਵਿੱਚ ਤੁਸੀਂ ਇਹ ਨਾ ਸੋਚੋ ਵੀ ਕੋਈ ਬੰਦਾ ਕਰ ਨਹੀਂ ਪਾਊਗਾ, ਬਲਕਿ ਕੋਈ ਨਹੀਂ ਥੋੜਾ ਜਿਹਾ ਲੋਸ ਜ਼ਰੂਰ ਹੋ ਸਕਦਾ ਹੈਗਾ। ਹਰ ਇੱਕ ਬੰਦੇ ਨੂੰ ਪਾਰਟਿਸਿਪੇਟ ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇ, ਮੀਨਸ ਹਰ ਇੱਕ ਬੰਦੇ ਨੂੰ ਅੱਗੇ ਆਉਣ ਦਾ ਚਾਂਸ ਮਿਲੇ ਤਾਂ ਕਿ ਉਹ ਈਜ਼ੀਲੀ ਬੇਸ ਨਾਲ ਕਿਸੇ ਵੀ ਟੈਕਨੋਲੋਜੀ ਨੂੰ ਅਡਾਪਟ ਕਰ ਸਕੇ। ਇੰਪੈਥੀ ਐਂਡ ਸਪੋਰਟ, ਹਰੇਕ ਬੰਦੇ ਨੂੰ ਕਹਿੰਦਾ ਸਪੋਰਟ ਕਰਨੀ ਜ਼ਰੂਰੀ ਹੈ, ਪਲੱਸ ਇੰਪੈਥੀ ਦਿਖਾਣਾ ਵੀ ਜ਼ਰੂਰੀ ਹੈ। ਤੁਸੀਂ ਕਿਸੇ ਬੰਦੇ ਨੂੰ ਮੀਨਸ ਇਹ ਨਹੀਂ ਕਹਿ ਸਕਦੇ ਵੀ ਉਹ ਬੰਦਾ ਇਹ ਕੰਮ ਨਹੀਂ ਕਰ ਸਕਦਾ, ਬਲਕਿ ਖੁਦ ਉਹਨੂੰ ਅੱਗੇ ਵਧ ਕੇ ਕਹਿੰਦਾ ਸਪੋਰਟ ਕਰੋ ਕੰਪਨੀ ਦੇ ਵਿੱਚ ਜਿਹੜੇ ਬੰਦੇ ਤੁਹਾਡੇ ਨਾਲ ਮਿਲ ਕੇ ਕੰਮ ਕਰ ਰਹੇ ਹੈਗੇ। ਅਗਰ ਤੁਸੀਂ ਕਿਸੇ ਪਰਸਨ ਨੂੰ ਕਹੋਗੇ ਵੀ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਤਾਂ ਮੇਬੀ ਉਹ ਮੋਟੀਵੇਸ਼ਨ ਲੈਵਲ ਉਹਦਾ ਡਾਊਨ ਹੋਊਗਾ, ਉਹ ਅੱਗੇ ਨਹੀਂ ਆਊਗਾ। ਲੇਕਿਨ ਕੰਪਨੀ ਕਹਿੰਦੀ ਜਿੰਨਾ ਅਸੀਂ ਉਹਦੇ ਨਾਲ ਇੰਪੈਥੀਕਲ ਬਿਹੇਵੀਅਰ ਕਰਾਵਾਂਗੇ, ਮੀਨਸ ਉਹਨੂੰ ਆਪਣੇ ਘਰ ਵਾਲਾ ਮੈਂਬਰ ਸਮਝ ਕੇ ਕੰਮ ਕਰਾਵਾਂਗੇ, ਪਲੱਸ ਉਹਨੂੰ ਕਹੀ ਇੱਕ ਵਾਰੀ ਵੀ ਅਗਰ ਇਦਾਂ ਦਾ ਕਹਿ ਦਿੱਤਾ ਜਾਊਗਾ ਵੀ ਹਾਂ ਅਗਰ ਨੁਕਸਾਨ ਹੋਊਗਾ ਤਾਂ ਕੋਈ ਬਾਤ ਨਹੀਂ, ਬੰਦਾ ਨੁਕਸਾਨ ਨਾਲ ਹੀ ਸਿੱਖਣ ਵਾਲਾ ਹੈਗਾ ਤਾਂ ਈਜ਼ੀਲੀ ਬਿਜ਼ਨਸ ਕਹਿੰਦਾ ਅਡਾਪਟ ਕਰ ਸਕਦੇ ਹੈਗੇ। ਫਿਰ ਹੈਗਾ ਨੈਗੋਸ਼ੀਏਸ਼ਨ, ਜਿੰਨਾ ਹੋ ਸਕੇ ਨੈਗੋਸ਼ੀਏਸ਼ਨ ਨੂੰ ਕਮ ਕੀਤਾ ਜਾਵੇ। ਨੈਗੋਸ਼ੀਏਸ਼ਨ ਮੀਨਸ ਜਿਹੜੇ ਬੰਦੇ ਨਾ ਕਰਦੇ ਨੇ ਹਰੇਕ ਕੰਮ ਨੂੰ ਉਹਨਾਂ ਦੀ ਨਾ ਨੂੰ ਦੂਰ ਕਰਵਾਇਆ ਜਾਵੇ, ਕਿਉਂਕਿ ਜਿੰਨਾ ਨੈਗੋਸ਼ੀਏਸ਼ਨ ਦੂਰ ਹੋਗੀ ਉਨੀ ਜਲਦੀ ਜੋ ਹੈ ਰੈਸਿਸਟੈਂਸ ਜੋ ਹੈ ਖਤਮ ਹੋਏਗੀ। ਮੈਨੂਪੂਲੇਸ਼ਨ ਐਂਡ ਕੋਆਪਰੇਟ, ਹਮੇਸ਼ਾ ਕੰਮ ਦੇ ਵਿੱਚ ਕੋਆਪਰੇਸ਼ਨ ਲੈਵਲ ਜ਼ਰੂਰ ਨਿਕਲ ਕੇ ਆਵੇ। ਹਰੇਕ ਬੰਦਾ ਕੰਮ ਇਹ ਨਾ ਹੋਵੇ ਕਿ ਸਿਰਫ ਤੇਰਾ ਕੰਮ ਹੈ ਔਰ ਤੂੰ ਹੀ ਕੰਪਲੀਟ ਕਰਨਾ ਹੈਗਾ। ਮਿਲ ਜੁਲ ਕੇ ਕੰਮ ਜਿੰਨੀ ਜਲਦੀ, ਮੈਨੂਪੂਲੇਸ਼ਨ ਵਿੱਚ ਅਸੀਂ ਇਹ ਹੋਊਗਾ ਵੀ ਮੇਲ ਜੁਲ ਥੋੜਾ ਜ਼ਿਆਦਾ ਹੋਣਾ ਚਾਹੀਦਾ, ਮੀਨਸ ਕੰਪਨੀ ਦੇ ਵਿੱਚ ਕੰਮ ਕਰਨ ਲਈ ਸਪੋਰਟਿਵ ਪਰਸਨ ਆਲਵੇਸ ਅਵੇਲੇਬਲ ਹੋਣੇ ਚਾਹੀਦੇ ਨੇ। ਕੋਰਸ਼ਨ, ਕਿਸੇ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਦਬਾਅ ਨਾ ਪਾਇਆ ਜਾਵੇ। ਕੋਰਸ਼ਨ ਦਾ ਮਤਲਬ ਦਬਾਅ ਕਰਨਾ ਹੁੰਦਾ ਹੈ, ਕਿਸੇ ਨੂੰ ਤੁਸੀਂ ਦਿਮਾਗੀ ਦਬਾਅ ਕਹਦੇ ਤੂੰ ਇਹ ਕੰਮ ਨਹੀਂ ਕਰੇਗਾ ਅਸੀਂ ਤੇਰੀ ਸੈਲਰੀ ਕੱਟ ਲਾਂਗੇ। ਹੁਣ ਕੋਈ ਬੰਦਾ ਮਸ਼ੀਨ ਦੇ ਉੱਪਰ ਕੰਮ ਕਰਨਾ ਹੀ ਨਹੀਂ ਚਾਹੁੰਦਾ, ਅਸੀਂ ਉਹਨੂੰ ਕਹਾਂਗੇ ਨਹੀਂ ਤੈਨੂੰ ਕੰਪਨੀ 'ਚ ਕੱਟ ਦਾਂਗੇ ਜਾਂ ਤੇਰੀ ਸੈਲਰੀ ਕੱਟ ਹੋ ਜਾਏਗੀ ਜਾਂ ਤੈਨੂੰ ਸੈਲਰੀ ਤੇਰੀ ਘਟਾ ਦਿੱਤੀ ਜਾਊਗੀ। ਇਦਾਂ ਦਾ ਕੋਈ ਵੀ ਕੋਰਸ਼ਨ ਨਹੀਂ ਹੋਣਾ ਚਾਹੀਦਾ, ਬੰਦੇ ਨੂੰ ਫ੍ਰੀ ਆਫ ਮਾਈਂਡ ਕੰਮ ਕਰਵਾਉਣਾ ਚਾਹੀਦਾ। ਜਦੋਂ ਕਹਿੰਦਾ ਬੰਦਾ ਕੋਈ ਫ੍ਰੀ ਆਫ ਮਾਈਂਡ ਕੰਮ ਕਰੂਗਾ ਤਾਂ ਰੈਸਿਸਟੈਂਸ ਜੋ ਹੈ ਮੀਨ ਜੋ ਵੀ ਰੁਕਾਵਟਾਂ ਹੋਣਗੀਆਂ ਉਹ ਖਤਮ ਹੋ ਜਾਣਗੀਆਂ। ਨੈਕਸਟ ਇਹਨਾਂ ਦੇ ਵਿੱਚ ਪੁਆਇੰਟ ਥੋੜਾ ਲਿਖਿਆ ਬਿਹੇਵੀਅਰ ਰਿਐਕਸ਼ਨ ਟੂ ਚੇਂਜ। ਜਦੋਂ ਕਹਿੰਦਾ ਕੋਈ ਵੀ ਕੰਪਨੀ ਦੇ ਵਿੱਚ ਚੇਂਜ ਆਉਂਦੇ ਨੇ ਤਾਂ ਬਿਹੇਵੀਅਰ ਕਿਸ ਤਰ੍ਹਾਂ ਚੇਂਜ ਹੁੰਦੇ, ਕੀ ਪੁਆਇੰਟ ਬਿਹੇਵੀਅਰ ਦੇ ਵਿੱਚ ਨਿਕਲ ਕੇ ਆਉਂਦੇ ਨੇ। ਸਭ ਤੋਂ ਪਹਿਲਾਂ ਡਿਸਇੰਗੇਜਮੈਂਟ ਮੀਨਸ ਅਸੀਂ ਆਪਣੇ ਆਪ ਨੂੰ ਕੰਪਨੀ ਦੇ ਵਿੱਚ ਕੰਮ ਤੋਂ ਅਲੱਗ ਸਮਝਣ ਲੱਗ ਜਾਂਦੇ ਹੈਗੇ। ਸਾਨੂੰ ਇਹ ਹੁੰਦਾ ਕਿ ਅਸੀਂ ਇਸ ਕੰਮ ਦੇ ਲਾਇਕ ਨਹੀਂ ਹੈਗੇ, ਕਿ ਮੰਨ ਲਓ ਕੋਈ ਨਵੀਂ ਚੇਂਜਸ ਆ ਗਈ, ਨਿਊ ਟੈਕਨੋਲੋਜੀ ਆ ਗਈ। ਕੁਝ EMPLOYEES ਇਦਾਂ ਦੇ ਵੀ ਹੁੰਦੇ ਨੇ ਉਹਨੂੰ ਲੱਗਦਾ ਵੀ ਅਸੀਂ ਕੈਪੇਬਲ ਹੀ ਨਹੀਂ ਹੈਗੇ। ਐਗਜ਼ਾਮਪਲ ਜਦੋਂ ਸਟਾਰਟਿੰਗ ਦੇ ਪਹਿਲਾਂ ਸਾਰਾ ਕੁਝ ਹੱਥ ਨਾਲ ਹੁੰਦਾ, ਜਿਵੇਂ ਕੰਪਿਊਟਰ ਸਿਸਟਮ ਆਏ ਸੀ ਤਾਂ ਬਹੁਤ ਸਾਰੇ ਬੈਂਕਾਂ ਦੇ ਵਿੱਚ ਜਿਹੜੇ ਪੁਰਾਣੇ ਪਰਸਨਸ ਲੱਗੇ ਜਾਂ ਕਿਤੇ ਹੋਰ ਵੀ ਅਲੱਗ-ਅਲੱਗ ਡਿਪਾਰਟਮੈਂਟਸ ਕੰਪਨੀਆਂ ਦੇ ਵਿੱਚ, ਤਾਂ ਸਾਨੂੰ ਲੱਗਿਆ ਵੀ ਸਾਡਾ ਕੰਮ ਤਾਂ ਖਤਮ ਹੀ ਹੋ ਗਿਆ, ਅਸੀਂ ਆਪਣੇ ਆਪ ਨੂੰ ਇੰਗੇਜਮੈਂਟ ਸਮਝਣਾ, ਸਾਨੂੰ ਕੰਪਨੀ ਨੇ ਹੁਣ ਬਾਹਰ ਹੀ ਕਰ ਦੇਣਾ ਹੈਗਾ। ਤੇ ਹਮੇਸ਼ਾ ਬਿਹੇਵੀਅਰ ਦੇ ਵਿੱਚ ਚੇਂਜ ਆਉਂਦਾ, ਬਹੁਤ ਸਾਰੇ ਲੋਕ ਇਦਾਂ ਹੀ ਸੋਚਣ ਲੱਗ ਜਾਂਦੇ ਹੈਗੇ। ਦੂਸਰਾ ਆਇਡੈਂਟੀਫਿਕੇਸ਼ਨ, ਹਰੇਕ ਬੰਦੇ ਨੂੰ ਆਪਣੀ ਪਹਿਚਾਨ ਖਤਮ ਹੋਣ ਦਾ ਖਤਰਾ ਰਹਿੰਦਾ ਹੈਗਾ। ਉਹ ਬੰਦਾ ਕਹਿੰਦਾ ਜਿਹੜੇ ਏਰੀਆ ਦੇ ਵਿੱਚ ਮੈਂ ਕੈਪੇਬਲ ਸੀਗਾ ਜਾਂ ਮੈਂ ਇੰਟੈਲੀਜੈਂਟ ਜਾਂ ਮੇਰੀ ਸਕਿੱਲ ਸੀਗੀ, ਉਹ ਮੇਰੀ ਸਕਿੱਲ ਖਤਮ ਹੋ ਗਈ ਨਿਊ ਟੈਕਨੋਲੋਜੀ ਆਉਣ ਦੇ ਨਾਲ। ਮੀਨਸ ਜਿਸ ਚੀਜ਼ ਤੋਂ ਮੈਂ ਜ਼ਿਆਦਾ ਪੈਸੇ ਕਮਾ ਰਿਹਾ ਸੀਗਾ, ਜਿਸ ਚੀਜ਼ ਦੀ ਮੈਨੂੰ ਨੌਲੇਜ ਸੀ, ਮੈਂ ਜਿੱਥੇ ਕੰਪਨੀ ਜਾ ਕੇ ਜ਼ਿਆਦਾ ਪੈਸੇ ਕਮਾ ਸਕਦਾ ਸੀਗਾ, ਲੇਕਿਨ ਉਹ ਚੀਜ਼ ਖਤਮ ਹੋ ਗਈ। ਟੈਕਨੋਲੋਜੀ ਦੇ ਨਾਲ ਈਜ਼ੀਲੀ ਬੇਸ ਨਾਲ ਉਹ ਕੰਮ ਹੋਣ ਲੱਗ ਗਿਆ। ਤਾਂ ਹਮੇਸ਼ਾ ਹਰੇਕ ਬੰਦੇ ਨੂੰ ਹੁੰਦਾ ਕਿ ਸਾਡੀ ਪਹਿਚਾਨ ਜੋ ਹੈ ਖਤਮ ਹੋ ਰਹੀ ਹੈ। ਥਰਡ ਹੈ ਡਿਸਇਨਹਾਂਸਮੈਂਟ ਦਾ ਮਤਲਬ ਹੁੰਦਾ ਨੈਗੇਟਿਵ ਚੇਂਜ ਹੋਣਾ, ਮੀਨਸ ਸੋਚ ਜਿਹੜੀ ਇਸ ਬੰਦੇ ਦੀ ਨੈਗੇਟਿਵ ਹੋ ਜਾਂਦੀ ਹੈਗੀ ਹੈ ਔਰ ਕੰਪਨੀ ਦੇ ਵਿੱਚ ਕੰਮ ਗਲਤ ਕਰਨਾ ਸਟਾਰਟ ਕਰ ਦਿੰਦਾ ਬੰਦਾ।
ਉਹ ਖੁਦ ਕੋਸ਼ਿਸ਼ ਕਰਦਾ ਹੈਗਾ ਕਿ ਅਸੀਂ ਕੰਮ ਨੂੰ ਗੜਬੜ ਦੇ ਵਿੱਚ ਲੈ ਕੇ ਜਾਈਏ ਤਾਂ ਕਿ ਪ੍ਰੋਬਲਮ ਕ੍ਰੀਏਟ ਹੋਣ ਔਰ ਕੰਪਨੀ ਖੁਦ ਕਹੇ ਵੀ ਜੋ ਚੇਂਜਸ ਨੇ ਸਾਡੇ ਲਈ ਫਾਇਦੇਮੰਦ ਨਹੀਂ ਹੈ। ਬਹੁਤ ਸਾਰੇ EMPLOYEES ਇਦਾਂ ਦੇ ਵੀ ਹੁੰਦੇ ਨੇ ਕੰਪਨੀ ਦੇ ਵਿੱਚ ਇੰਡੀਵਿਜੂਅਲ ਬੇਸ ਤੇ, ਉਹ ਰੋਂਗ ਕਰਨਾ ਸਟਾਰਟ ਕਰ ਦਿੰਦੇ ਨੇ, ਪ੍ਰੋਡਕਸ਼ਨ ਦੇ ਜਾਣ ਕੇ ਗੜਬੜੀ ਕਰਨਾ ਸਟਾਰਟ ਕਰ ਦਿੰਦੇ ਨੇ। ਉਹ ਸਿਰਫ ਇਹ ਦਿਖਾਣਾ ਚਾਹੁੰਦੇ ਹੁੰਦੇ ਨੇ ਵੀ ਜੋ ਚੇਂਜਸ ਆਏ ਨੇ ਉਹ ਚੇਂਜਸ ਸਾਡੇ ਲਈ ਫਾਇਦੇਮੰਦ ਨਹੀਂ ਨੇ। ਡਿਸਓਰੀਐਂਟੇਸ਼ਨ ਦਾ ਮਤਲਬ ਵੀ ਕਨਫਿਊਜ਼ ਹੋ ਜਾਣਾ, ਕੰਮ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਮੋਸਟਲੀ ਬਹੁਤ ਸਾਰੇ ਫੰਕਸ਼ਨ। ਹਮੇਸ਼ਾ ਕੁਝ ਲੋਕ ਇਹ ਸੋਚਦੇ ਨੇ ਮੈਂ ਕੀ ਕਰਾਂ ਜਾਂ ਫਿਰ ਕਿਹੜਾ ਕੰਮ ਪਹਿਲਾਂ ਕਰਾਂ। ਇਹ ਪੁਆਇੰਟਸ ਹਮੇਸ਼ਾ ਦਿਮਾਗ ਦੇ ਵਿੱਚ ਆ ਜਾਂਦੇ ਨੇ। ਇਹ ਬਿਹੇਵੀਅਰ ਦੇ ਵਿੱਚ ਹਮੇਸ਼ਾ ਇਸ ਚੀਜ਼ ਦੇ ਚੇਂਜ ਹਮੇਸ਼ਾ ਆਉਂਦੇ ਨੇ ਜਦੋਂ ਵੀ ਮੰਨ ਲਓ ਕੋਈ ਨਾ ਕੋਈ ਕੰਪਨੀ ਦੇ ਵਿੱਚ ਚੇਂਜਸ ਆਣਗੇ ਤਾਂ। ਉਸ ਤੋਂ ਬਾਅਦ ਹੈਗਾ ਪੋਲਿਟਿਕਸ ਆਫ ਚੇਂਜ। ਪੋਲਿਟਿਕਸ ਆਫ ਚੇਂਜ ਦਾ ਮਤਲਬ ਕਿ ਇਹ ਕੰਪਨੀ ਦੇ ਵਿੱਚ ਹਮੇਸ਼ਾ ਕਹਿੰਦਾ ਪੋਲਿਟਿਕਸ ਜ਼ਰੂਰ ਹੁੰਦੀ ਹੈਗੀ। ਕਦੀ ਵੀ ਕੋਈ ਚੇਂਜਸ ਆਣਗੇ ਤਾਂ ਪੋਲਿਟਿਕਸ ਹਮੇਸ਼ਾ ਨਿਕਲ ਕੇ ਆਉਂਦੀ ਹੈ। ਹਰੇਕ ਬੰਦਾ ਆਪਣੀ ਪੋਲਿਟਿਕਸ ਕਰਨਾ ਸਟਾਰਟ ਕਰ ਦਿੰਦਾ ਹੈ। ਜਿਹੜੇ ਬੰਦੇ ਨੂੰ ਪ੍ਰੋਪਰ ਨੌਲੇਜ ਹੁੰਦੀ ਹੈ ਉਹ ਪੋਲਿਟਿਕਸ ਕਰਦਾ ਆਪਣੇ ਆਪ ਨੂੰ ਅੱਗੇ ਲਿਜਾਣ ਲਈ। ਕੋਈ ਬੰਦੇ ਜਿਹਨਾਂ ਨੂੰ ਪ੍ਰੋਪਰ ਨੌਲੇਜ ਨਹੀਂ ਹੁੰਦੀ ਉਹ ਪੋਲਿਟਿਕਸ ਕਰਦੇ ਨੇ ਤਾਂ ਕਿ ਜੋ ਚੇਂਜਸ ਆਏ ਉਹਨਾਂ ਨੂੰ ਦੂਰ ਕਰੇ ਜਾਣ। ਕੁਝ ਪਰਸਨ ਇਦਾਂ ਦੇ ਵੀ ਹੁੰਦੇ ਨੇ, ਉਹ ਕਹਿੰਦੇ ਨੇ ਕੰਮ ਦੇ ਵਿੱਚ ਜਿੰਨੀਆਂ ਜ਼ਿਆਦਾ ਰੁਕਾਵਟਾਂ ਕਰੀਆਂ ਜਾਣ ਉਹਨਾਂ ਸਾਡਾ ਫਾਇਦਾ ਜ਼ਿਆਦਾ ਹੋਊਗਾ। ਅਗਰ ਇਹ ਟੈਕਨੋਲੋਜੀ ਅਡਾਪਟ ਹੋਗੀ ਤਾਂ ਸਾਨੂੰ ਨੁਕਸਾਨ ਜ਼ਿਆਦਾ ਹੋਊਗਾ। ਐਗਜ਼ਾਮਪਲ ਜਿਵੇਂ ਅੱਜ ਦੀ ਐਗਜ਼ਾਮਪਲ ਲਈਏ ਤਾਂ ਜਿਵੇਂ ਧਰਨੇ ਵਗੈਰਾ ਲੱਗ ਰਹੇ ਨੇ, ਇੱਕ ਪੋਲਿਟਿਕਸ ਹੀ ਹੈ। ਇਹ ਤਾਂ ਆਪਾਂ ਬਿਜ਼ਨਸ ਲੈਵਲ ਤੇ ਨਹੀਂ ਲੈ ਸਕਦੇ, ਇਹ ਸਿਰਫ ਆਪਣੇ ਦੇਸ਼ ਦੀ ਕੰਟਰੀ ਲੈਵਲ ਤੇ ਹੈ। ਪੋਲਿਟਿਕਸ ਹੀ ਚੱਲ ਰਹੀ ਹੈ, ਧਰਨੇ ਲੱਗਣਾ ਕੋਈ ਕਿਸੇ ਲਈ ਕੋਈ ਫਾਇਦੇਮੰਦ ਤਾਂ ਹੈ ਨਹੀਂਗਾ। ਹੁਣ ਇਹ ਕਹਿ ਰਹੇ ਨੇ ਜਿੰਨੀ ਜ਼ਿਆਦਾ ਅਸੀਂ ਪੋਲਿਟਿਕਸ ਕਰਾਂਗੇ ਸਾਨੂੰ ਦੂਸਰੀ ਪਾਰਟੀ ਨੂੰ ਉਨਾ ਹੀ ਫਾਇਦਾ ਹੋਊਗਾ ਕਿਉਂਕਿ ਪਾਰਟੀਆਂ ਵਾਲੇ ਅੱਗੇ ਨਿਕਲ ਆਉਂਦੇ ਨੇ। ਸੇਮ ਕੰਪਨੀਜ਼ ਦੇ ਵਿੱਚ ਵੀ ਇਹ ਹੁੰਦਾ ਹੈ। ਜਦੋਂ ਕੁਝ ਵੀ ਚੇਂਜਸ ਆਊਗਾ ਤਾਂ ਪੋਲਿਟਿਕਸ ਆਟੋ ਮੋਡ ਤੇ ਹੋਣੀ ਹੁੰਦੀ ਹੀ ਹੈ। ਕੁਝ ਨਾ ਕੁਝ ਪਰਸਨ ਇਦਾਂ ਦਿਮਾਗ ਵਾਲੇ ਹੁੰਦੇ ਨੇ ਜਿਹੜੇ ਪੋਲਿਟਿਕਸ ਖੇਡ ਜਾਂਦੇ ਹੈਗੇ ਨੇ। ਨੈਕਸਟ ਤੁਹਾਡੇ ਕੋਲ ਹੈਗੇ ਨੇ ਮੋਡਲਸ ਆਫ ਮੈਨੇਜਿੰਗ ਆਰਗੇਨਾਈਜੇਸ਼ਨ ਚੇਂਜ। ਕੰਪਨੀ ਦੇ ਵਿੱਚ ਕਹਿੰਦਾ ਜਿੰਨੇ ਵੀ ਚੇਂਜ ਆਣਗੇ ਉਹਨਾਂ ਨੂੰ ਸੈਟਅਪ ਕਰਨ ਲਈ ਜਾਂ ਫਿਰ ਆਰਗੇਨਾਈਜ਼ ਕਰਨ ਲਈ ਮੇਰੇ ਚੇਂਜਸ ਆਏ ਨੇ ਉਹਦੇ ਲਈ ਕੁਝ ਮਾਡਲ ਬਣਾਏ ਨੇ। 2-3 ਪਰਸਨ ਨੇ ਜਿਨ੍ਹਾਂ ਨੇ ਆਪਣੇ ਅਕੋਰਡਿੰਗ ਕੁਝ ਮਾਡਲ ਦੱਸੇ ਹੈਗੇ ਨੇ ਵੀ ਇਸ ਬੇਸ ਨਾਲ ਕਹਿੰਦਾ ਤੁਸੀਂ ਚੇਂਜਸ ਹਰੇਕ ਨੂੰ ਅਡਾਪਟ ਕਰਵਾ ਸਕਦੇ ਹੋ। ਸਭ ਤੋਂ ਪਹਿਲਾ ਮਾਡਲ ਜਿਹੜਾ ਤੁਹਾਡੇ ਕੋਲ ਹੈਗਾ ਲੈਵਿਨ ਚੇਂਜ ਮਾਡਲ। ਲੈਵਿਨ ਜਿਹੜਾ ਇੱਕ ਸੋਸ਼ਲ ਸਾਈਕੋਲੋਜਿਸਟ ਹੈ। ਸੋਸ਼ਲ ਸਾਈਕੋਲੋਜਿਸਟ ਮਤਲਬ ਕਿ ਉਹਨੂੰ ਲੋਕਾਂ ਦੇ ਦਿਮਾਗ ਬਾਰੇ ਪ੍ਰੋਪਰ ਨੌਲੇਜ, ਜਿਵੇਂ ਕਿ ਹਰ ਬੰਦਾ ਕਹਿੰਦਾ ਦੇਖ ਕੇ ਸਮਝ ਜਾਣਾ, ਉਦਾਂ ਦਾ ਪਰਸਨ ਸੀ ਸਾਈਕੋਲੋਜਿਸਟ। ਸਾਈਕੋਲੋਜਿਸਟ ਇਹੀ ਕਰਦੇ ਨੇ, ਤੁਹਾਡੇ ਮਾਈਂਡ ਨੂੰ ਪੜ੍ਹਨ ਦਾ ਕੰਮ ਕਰਦੇ ਹੈਗੇ ਨੇ। ਉਹਨਾਂ ਨੂੰ ਤੁਹਾਨੂੰ ਸੈਟਅਪ ਇਸ ਤਰ੍ਹਾਂ ਕਰਨਾ ਹੁੰਦਾ ਵੀ ਤੁਹਾਡੇ ਤੋਂ ਨੌਲੇਜ ਗੇਨ ਕਰਨ ਲਈ। ਤਾਂ ਉਹ ਕਹਿੰਦਾ ਹੈਗਾ ਕਿ ਕਹਿੰਦਾ ਮੈਂ ਇਦਾਂ ਦੀ ਇੱਕ ਥਿਊਰੀ ਕਹਿੰਦਾ ਮੈਂ ਦੱਸਦਾ ਹੈਗਾ, ਕਹਿੰਦਾ ਟਾਈਮ ਹਮੇਸ਼ਾ ਬਦਲਦਾ ਰਹਿੰਦਾ ਹੈਗਾ, ਇਨਫਲੂਐਂਸ ਕੰਟੀਨਿਊ ਚੱਲਦੇ ਰਹਿੰਦੇ ਹੈਗੇ ਨੇ, ਲੋਕ ਪ੍ਰਭਾਵਿਤ ਹਮੇਸ਼ਾ ਹੁੰਦੇ ਰਹਿੰਦੇ ਹੈਗੇ ਨੇ। ਤਾਂ ਕਹਿੰਦਾ ਉਸ ਦੇ ਅਕੋਰਡਿੰਗ ਉਹਨੇ ਆਪਣੀ ਇੱਕ ਥਿਊਰੀ ਬਣਾਈ ਹੈ ਜਿਸ ਦੇ ਵਿੱਚ ਉਹ ਕਹਿੰਦਾ ਕਿ ਤੁਸੀਂ ਕੰਪਨੀ ਦੇ ਵਿੱਚ ਚੇਂਜਸ ਨੂੰ ਅਡਾਪਟ ਕਰਵਾ ਸਕਦੇ ਹੋ। ਥਿਊਰੀ 'ਚ ਇਹਨਾਂ ਨੇ 3 ਸਟੈਪ ਦਿਖਾਏ ਹੈਗੇ ਨੇ, ਅਨਫਰੀਜ਼ਿੰਗ, ਚੇਂਜ, ਰੀਫਰੀਜ਼ਿੰਗ। ਅਨਫਰੀਜ਼ਿੰਗ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਸਟੈਪ 1 ਦੇ ਵਿੱਚ ਅਨਫਰੀਜ਼ਿੰਗ ਕੀ ਹੁੰਦੀ ਹੈ? ਕਹਿੰਦਾ ਤੁਸੀਂ ਆਪਣੀ ਕੰਪਨੀ ਦੇ ਵਿੱਚ ਫੋਰਸਿਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਘੱਟ ਕਰ ਦਿਓ। ਮੰਨ ਲਈ ਹਰੇਕ ਬੰਦੇ ਨੂੰ ਤੁਸੀਂ ਫੋਰਸ ਨਾ ਕਰੋ। ਸਟਾਰਟਿੰਗ ਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਕੰਪਨੀ ਚੇਂਜਸ ਆਈਆਂ ਨੇ, ਵੀ ਨਿਊ ਟੈਕਨੋਲੋਜੀ ਆਈ ਹੈ, ਤੁਸੀਂ ਹਰੇਕ ਬੰਦੇ ਨੂੰ ਫੋਰਸ ਨਾ ਕਰੋ, ਜ਼ਬਰਦਸਤੀ ਨਾ ਕਰੋ, ਬਲਕਿ ਉਹਨੂੰ ਇਨਫੋਰਮਲ ਹੋਣ ਦਾ ਟਾਈਮ ਦਿਓ। ਉਹਨੂੰ ਕੰਪਨੀ 'ਚ ਇਨਫੋਰਮਲ ਬਣਾਓ ਤਾਂ ਕਿ ਉਹ ਆਪਣੇ ਵੀ ਪੁਆਇੰਟ ਆਫ ਵਿਊ ਤੁਹਾਡੀ ਨਾਲ ਸ਼ੇਅਰ ਕਰ ਸਕੇ ਵੀ ਉਹਦੇ ਵਿੱਚ ਕੀ ਪ੍ਰੋਬਲਮਸ ਨੇ, ਕੀ ਫਾਇਦਾ ਹੋ ਸਕਦਾ ਹੈ। ਬੰਦੇ ਨੂੰ ਪੁੱਛਿਆ ਜਾਵੇ। ਮੈਂ ਆਪਣਾ ਕੰਮ ਕਿਸੇ ਦੇ ਉੱਪਰ ਕਹਿੰਦਾ ਅਗਰ ਥੋਪੂੰਗਾ ਵੀ ਇਹ ਕੰਮ ਕਰਨਾ ਜ਼ਰੂਰੀ ਹੈ ਤਾਂ ਮੇ ਬੀ ਚੇਂਜਸ ਜੋ ਹੈ ਅਡੋਪਟ ਹੋਣ ਹੀ ਨਾ। ਤਾਂ ਜ਼ਰੂਰੀ ਜਿਵੇਂ ਪਹਿਲਾਂ ਲਿਖਿਆ ਉਹਨਾਂ ਨੇ ਰਿਡਿਊਸਿੰਗ ਫੋਰਸ ਫॉर ਸਟੇਟਸ ਕੋ। ਹਰ ਇੱਕ ਬੰਦੇ ਨੂੰ ਹਮੇਸ਼ਾ ਕੋਸ਼ਿਸ਼ ਕਰੋ ਇਨਫੋਰਮਲ ਗਰੁੱਪ ਦੇ ਵਿੱਚ ਲੈ ਕੇ ਆਓ ਤਾਂ ਉਹਨੂੰ ਇਹ ਨਾ ਲੱਗੇ ਕਿ ਉਹਦਾ ਜੋ ਆਪਣਾ ਸਟੇਟਸ ਹੈ ਉਹ ਖਤਮ ਹੋ ਜਾਊਗਾ। ਅਨਫਰੀਜ਼ਿੰਗ ਤੋਂ ਬਾਅਦ ਕਹਿੰਦਾ ਤੁਸੀਂ ਚੇਂਜ ਲੈ ਕੇ ਆਓ। ਚੇਂਜਿੰਗ ਦਾ ਮਤਲਬ ਹੁੰਦਾ ਹੈ ਵੀ ਡਿਵੋਲਵ ਨਿਊ ਆਈਡੀਆ, ਮਤਲਬ ਕਿ ਜਦੋਂ ਤੁਹਾਡੇ ਪਰਸਨਸ ਨਾਲ ਮਿਲ ਕੇ ਗੱਲ ਕਰਨਗੇ ਤਾਂ ਆਪਣੇ ਐਟੀਟਿਊਡਸ ਤੇ ਆਪਣੇ ਆਈਡੀਆਸ ਉਹਨੂੰ ਦੇਣਗੇ। ਤੁਸੀਂ ਕਹਿੰਦਾ ਉਸ ਟਾਈਮ ਤੇ ਨਿਊ ਆਈਡੀਆਸ ਉਹਨਾਂ ਦੇ ਸਾਹਮਣੇ ਪੇਸ਼ ਕਰੋ। ਨਿਊ ਆਈਡੀਆ ਦੇ ਵਿੱਚ ਉਹਨਾਂ ਨੂੰ ਸਾਹਮਣੇ ਰੱਖ ਕੇ ਦੱਸੋ ਵੀ ਇਹਦਾ ਫਾਇਦਾ ਇਹ ਹੈ, ਤੁਹਾਡੇ ਵਾਲੇ ਦਾ ਨੁਕਸਾਨ ਇਹ ਹੈ। ਅਗਰ ਉਹਨਾਂ ਦੇ ਕੋਈ ਫਾਇਦਾ ਹੈਗਾ ਤਾਂ ਉਹਨੂੰ ਵੀ ਆਪਣੇ ਨਾਲ ਲੈ ਕੇ ਚੱਲੋ ਤਾਂ ਕਿ ਹਰੇਕ ਬੰਦਾ ਕਹਿੰਦਾ ਤੁਹਾਡੇ ਆਈਡੀਆ ਨੂੰ ਵੀ ਸਮਝੇ ਔਰ ਪਲੱਸ ਉਹਦੇ ਆਈਡੀਆ ਵੀ ਸਮਝ ਜਾਣ। ਫਿਰ ਕੀ ਇਹ ਕਹਿੰਦਾ ਚੇਂਜਸ ਈਜ਼ੀਲੀ ਬੇਸ ਨਾਲ ਹੋਣਗੇ। ਜਦੋਂ ਤੁਸੀਂ ਕਹਿੰਦਾ ਨਵੇਂ ਚੇਂਜ ਅਡੋਪਟ ਜਾਂ ਡਿਵੋਲਵ ਕਰ ਲੇ, ਹਰੇਕ ਪਰਸਨ ਨੂੰ ਰੂਲਸ ਐਂਡ ਰੈਗੂਲੇਸ਼ਨ ਸਮਝਾ ਦੋਗੇ। ਫਿਰ ਕਹਿੰਦਾ ਤੁਸੀਂ ਫ੍ਰੀजिंग ਕੰਡੀਸ਼ਨ ਦੇ ਵਿੱਚ ਆ ਜਾਓ। ਫ੍ਰੀजिंग ਕਰਨਾ ਮੀਨਸ ਉਹਨਾਂ ਨੂੰ ਉਹਦੇ ਉੱਪਰ ਜਮਾਣਾ ਸਟਾਰਟ ਕਰ ਦਿਓ। ਇਹਨਾਂ ਲਿਖਿਆ ਵੀ ਹੈਗਾ reinforcing for new attitudes, value and behaviors। ਫਿਰ ਕਹਿੰਦਾ ਜਦੋਂ ਤੁਸੀਂ ਪਹਿਲਾਂ ਅਨਫਰੀਜ਼ ਕਰਤਾ, ਇਨਫੋਰਮਲ ਬਣਾ ਲਿਆ ਸਭ ਨੂੰ, ਉਹ ਤੁਹਾਡੇ ਨਾਲ ਖੁੱਲ ਕੇ ਬੰਦੇ ਗੱਲ ਕਰ ਰਹੇ ਹੈ, ਨਿਊ ਆਈਡੀਆਜ਼ ਤੁਸੀਂ ਜਨਰੇਟ ਕਰ ਲਏ। ਫਿਰ ਕਹਿੰਦਾ ਨਿਊ ਆਈਡੀਆ ਸਭ ਦੇ ਉੱਪਰ ਫੋਰਸ ਕਰ ਦਿਓ। ਮੀਨ ਤੁਸੀਂ ਦੁਬਾਰਾ ਤੋਂ ਉਹਨਾਂ ਨੂੰ ਫੋਰਸ ਕਰਨਾ ਸਟਾਰਟ ਕਰੋ ਔਰ ਤੁਹਾਡੇ ਨਿਊ ਆਈਡੀਆ ਈਜ਼ੀਲੀ ਬੇਸ ਨਾਲ ਅਡੋਪਟ ਹੋ ਜਾਣਗੇ। ਕਿਉਂਕਿ ਜਦ ਤੱਕ ਤੁਸੀਂ ਕਹਿੰਦਾ ਕਿਸੇ ਪਰਸਨ ਨੂੰ ਇਨਫੋਰਮਲ ਨਹੀਂ ਬਣਾਓਗੇ ਉਹ ਪਰਸਨ ਕਦੀ ਵੀ ਚੇਂਜ ਨੂੰ ਅਡੋਪਟ ਨਹੀਂ ਕਰੂਗਾ।
ਤੁਸੀਂ ਆਪਣਾ ਰੂਲਸ ਡਾਇਰੈਕਟ ਕਿਸੇ ਦੇ ਉੱਪਰ ਰੱਖੋਗੇ ਵੀ ਇਹ ਕੰਮ ਕਰਨਾ ਹੈ ਤਾਂ ਕਦੀ ਵੀ ਉਹ ਕੰਮ ਨਹੀਂ ਹੋ ਸਕਦਾ। ਅਗਰ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਉਹਨਾਂ ਦੇ ਆਈਡੀਆ ਸੁਣ ਕੇ ਪਲੱਸ ਨਵੇਂ ਆਈਡੀਆ ਡਿਵੈਲਪ ਕਰਕੇ ਉਹਨਾਂ ਨੂੰ ਨਿਊ ਟੈਕਨੋਲੋਜੀ ਅਡਾਪਟ ਕਰਨ ਲਈ ਕਹੋਗੇ ਤਾਂ ਇਜ਼ੀਲੀ ਬਿਜ਼ਨਸ ਚੇਂਜਸ ਜੋ ਅਡਾਪਟ ਹੋ ਜਾਣਗੇ। 11 ਜਿਹੜਾ ਪਰਸਨ ਹੈ ਇਸ ਚੀਜ਼ ਨੂੰ ਦਿਖਾਉਂਦਾ ਹੈ ਕਿਉਂਕਿ ਉਹ ਸੋਸ਼ਲ ਸਾਈਕੋਲੋਜਿਸਟ ਹੈ। ਉਹਨੂੰ ਇਹ ਲੱਗਦਾ ਹੈ ਕਿ ਹਰੇਕ ਬੰਦੇ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈਗਾ ਟਾਈਮ ਦੇ ਅਕੋਰਡਿੰਗ। ਤੁਸੀਂ ਕਹਿੰਦਾ ਅਗਰ ਟਾਈਮ ਨਹੀਂ ਦਵੋਗੇ ਤਾਂ ਕੋਈ ਬੰਦਾ ਤੁਹਾਡੇ ਨਾਲ ਜੁੜ ਕੇ ਕੰਮ ਕਦੇ ਨਹੀਂ ਕਰੂਗਾ। ਉਸ ਤੋਂ ਬਾਅਦ ਸਾਡੇ ਕੋਲ ਜਿਹੜੀ ਨਵੀਂ ਅਗਲੀ ਥਿਊਰੀ ਹੈ ਉਹ ਹੈਗੀ ਹੈ ਨੈਡਲਰ ਆਰਗੇਨਾਈਜੇਸ਼ਨ ਮਾਡਲ। ਡੇਵਿਡ ਨੈਡਲਰ ਮਾਡਲ ਜਿਹੜਾ ਸਾਨੂੰ ਇੱਕ ਗਾਈਡੈਂਸ ਦਿੰਦਾ ਹੈਗਾ ਆਇਡੈਂਟੀਫਾਈ ਐਂਡ ਮੈਨੇਜਿੰਗ ਦੀ ਇੰਟਰਨਲ ਫੋਰਸਿਸ ਦੈਟ ਡਰਾਈਵ ਐਂਡ ਇਨਹੈਬਿਟ ਚੇਂਜ। ਸਾਨੂੰ ਪ੍ਰੋਪਰ ਕਹਿੰਦਾ ਕੰਪਨੀ ਦੀ ਗਾਈਡ ਕਰਦਾ ਹੈਗਾ, ਨੌਲੇਜ ਦਿੰਦਾ ਹੈਗਾ ਕਹਿੰਦਾ ਕੰਪਨੀ ਤੁਸੀਂ ਕਿੱਦਾਂ ਮੈਨੇਜ ਕਰ ਸਕਦੇ ਹੋ ਜਿਹੜੀ ਕੰਪਨੀ ਦੇ ਵਿੱਚ ਇਨਹੈਬਿਟ ਚੇਂਜ ਆਏ ਨੇ ਜਾਂ ਫਿਰ ਕੰਮ ਕਰਨ ਦੇ ਵਿੱਚ ਚੇਂਜ ਆਏ ਨੇ। ਇਹ ਮਾਡਲ ਤੁਹਾਨੂੰ ਦੱਸਦਾ ਜਿਵੇਂ ਇਹਨੇ ਮਾਡਲ ਵਿੱਚ ਦਿਖਾਇਆ ਹੋਇਆ ਕਹਿੰਦਾ ਇਨਫੋਰਮੇਸ਼ਨ ਆਰਗੇਨਾਈਜੇਸ਼ਨ ਔਰ ਫਾਰਮਲ ਆਰਗੇਨਾਈਜੇਸ਼ਨ ਦੋਨੋਂ ਹੋਣੇ ਜ਼ਰੂਰੀ ਨੇ ਕੰਪਨੀ ਦੇ ਵਿੱਚ। ਅਗਰ ਕਹਿੰਦਾ ਤੁਹਾਡੇ ਜੋ ਉੱਪਰ ਗ੍ਰਾਫ ਦਿਖਾਇਆ ਗਿਆ ਉਸ ਦੇ ਅਕੋਰਡਿੰਗ ਕੰਮ ਕੰਪਨੀ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਕਰਾਣਾ ਹੈ, ਇਨਫੋਰਮਲ ਪਲੱਸ ਫਾਰਮਲ ਆਰਗੇਨਾਈਜੇਸ਼ਨ ਦਾ ਹੋਣਾ ਜ਼ਰੂਰੀ ਹੈ। ਡਾਇਰੈਕਟ ਕਹਿੰਦਾ ਤੁਸੀਂ ਫਾਰਮਲ ਆਰਗੇਨਾਈਜੇਸ਼ਨ ਦੇ ਵਿੱਚ ਜਾਓਗੇ ਤਾਂ ਕੰਪਨੀ ਕਦੀ ਵੀ ਚੇਂਜ ਨੂੰ ਅਡਾਪਟ ਨਹੀਂ ਕਰਵਾ ਸਕਦੀ ਬਲਕਿ ਲੋਸ ਜ਼ਿਆਦਾ ਹੋਣਗੇ। ਅਗਰ ਤੁਸੀਂ ਇਨਫਾਰਮਲ ਆਰਗੇਨਾਈਜੇਸ਼ਨ ਨੂੰ ਨਾਲ ਲੈ ਕੇ ਚੱਲਦੇ ਹੈਗੇ ਮੀਨਸ ਪਾਵਰ ਦਾ ਇੰਬੈਲੈਂਸ ਕਰਕੇ ਚੱਲਦੇ। ਇਨਫਾਰਮਲ ਦਾ ਮਤਲਬ ਤਾਂ ਇਹੀ ਹੋ ਗਿਆ ਜਿਹੜੀਆਂ ਪਾਵਰਸ ਨੇ ਉਹ ਤੁਹਾਡੇ ਲੋਅਰ ਲੈਵਲ ਦੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਕੋਲ ਚਲੇ ਜਾਣ, ਮੀਨਸ ਪਾਵਰ ਨੂੰ ਇੰਬੈਲੈਂਸ ਕਰ ਲਓਗੇ ਤਾਂ ਤੁਹਾਡੇ ਟਾਸਕ ਜੋ ਹੈ ਈਜ਼ੀਲੀ ਬੇਸ ਨਾਲ ਕੰਮ ਖਤਮ ਹੋਣਗੇ। ਜਿਵੇਂ ਦੇਖੋ ਫਾਰਮਲ ਆਰਗੇਨਾਈਜੇਸ਼ਨ ਨੂੰ ਅੱਗੇ ਲਾਈਨ ਦਿਖਾ ਕੇ ਲਗਾਇਆ ਉਹਨਾਂ ਨੇ ਟਾਸਕ ਦੇ ਵਿੱਚ। ਫਾਰਮਲ ਆਰਗੇਨਾਈਜੇਸ਼ਨ ਕਹਿੰਦਾ ਟਾਸਕ ਤਾਂ ਸੈਟਅਪ ਕਰੇ ਵੀ ਸਾਡੀ ਕੰਪਨੀ 'ਚ ਆਹ ਕੰਮ ਨੇ, ਲੇਕਿਨ ਪਾਵਰ ਇੰਬੈਲੈਂਸ ਕਿਹਦੇ ਕੋਲ ਹੋਣੇ ਚਾਹੀਦੇ ਨੇ, ਇੰਡੀਵਿਜੂਅਲ ਕੋਲ ਹੋਣੇ ਚਾਹੀਦੇ ਨੇ। ਜਦੋਂ ਇਹ ਸੰਸਥਾ ਕਹਿੰਦਾ ਆਪਸ ਦੇ ਵਿੱਚ ਮਿਲ ਕੇ ਕੰਮ ਕਰਨਗੀਆਂ ਤਾਂ ਚੇਂਜਸ ਈਜ਼ੀਲੀ ਬੇਸ ਤੇ ਅਡਾਪਟ ਹੋ ਜਾਣਗੀਆਂ, ਕੰਮ ਵੀ ਕੰਪਲੀਟ ਹੋਣਗੇ, ਫਾਰਮਲ ਰੂਲ ਵੀ ਲੱਗ ਜਾਣਗੇ, ਇਨਫਾਰਮਲ ਬੇਸ ਆਪਣੀ ਸਟੇਟਮੈਂਟ ਨੂੰ ਮੀਨਸ ਜੋ ਉਹਨਾਂ ਦਾ ਸਟੇਟਸ ਉਹਨੂੰ ਵੀ ਪ੍ਰੋਪਰ ਤਰੀਕੇ ਨਾਲ ਰੱਖ ਲੈਣਗੇ ਔਰ ਤੁਹਾਡੇ ਕੰਮ ਨੂੰ ਈਜ਼ੀਲੀ ਬੇਸ ਨਾਲ ਸਮਝ ਜਾਣਗੇ। ਅਗਰ ਤੁਸੀਂ ਸਿਰਫ ਕਹਿੰਦਾ ਫਾਰਮਲ ਬੇਸ ਤੇ ਚੱਲੋਗੇ ਔਰ ਉਹਦੇ ਨਾਲ ਕੀ ਸਿਰਫ ਪ੍ਰੋਬਲਮ ਜੋ ਹੈ ਐਕਸਪਲੋਰ ਹੋਣਗੀਆਂ, ਪ੍ਰੋਬਲਮ ਜ਼ਿਆਦਾ ਵਧਣਗੀਆਂ, ਤੁਸੀਂ ਉਸ ਚੀਜ਼ ਨੂੰ ਕਦੇ ਵੀ ਘੱਟ ਨਹੀਂ ਕਰ ਪਾਓਗੇ। ਤਾਂ ਜ਼ਰੂਰੀ ਹੈ ਕਿ ਫਾਰਮਲ ਦੇ ਨਾਲ ਇਨਫਾਰਮਲ ਹੋਣਾ ਜ਼ਰੂਰੀ ਹੈ। ਇਹਨਾਂ 3 ਪੁਆਇੰਟ ਦੇ ਵਿੱਚ ਉਸ ਚੀਜ਼ ਨੂੰ ਦਿਖਾਈ ਹੈ ਕਹਿੰਦਾ ਕੰਪਨੀ ਦੀ ਰੈਜ਼ਿਸਟੈਂਸ ਹੁੰਦੀ ਕਿਉਂ ਹੈ। ਇਹ ਮਾਡਲ ਇਹੀ ਕਹਿੰਦਾ ਹਰੇਕ ਬੰਦੇ ਨੂੰ ਕਹਿੰਦਾ ਘਬਰਾਹਟ ਹੁੰਦੀ ਹੈ ਚੇਂਜ ਹੋਣ ਤੋਂ ਕਿਉਂਕਿ ਹਰੇਕ ਬੰਦਾ ਡਰਦਾ ਹੈ ਕੁਝ ਵੀ ਚੇਂਜ ਹੋਊਗੀ। ਦੂਸਰਾ ਫੀਲ ਦੇ ਵਿਲ ਲੋਸ ਕੰਟਰੋਲ, ਹਰੇਕ ਬੰਦਾ ਡਰ ਸਮਝਦਾ ਹੈ ਕਿ ਮੇਰਾ ਜਿਹੜਾ ਆਪਣਾ ਕੰਟਰੋਲ ਹੈ ਉਹ ਖਤਮ ਹੋ ਜਾਊਗਾ। ਫੋਰਥ ਉਹਨੇ ਲਿਖਿਆ ਵੀ ਅਨੇਬਲ ਟੂ ਕੋਪ, ਕੋਈ ਵੀ ਬੰਦਾ ਕਹਿੰਦਾ ਸਮਝਦਾ ਵੀ ਮੇਰੇ ਤੋਂ ਅੱਗੇ ਨਿਕਲ ਜਾਣਗੇ ਜਿਹੜੇ ਪਰਸਨ ਨੂੰ ਇਸ ਚੀਜ਼ ਦੀ ਨੌਲੇਜ ਹੋਊਗੀ। ਹਰੇਕ ਬੰਦੇ ਦੀ ਕਹਿੰਦਾ ਅਲੱਗ-ਅਲੱਗ ਚੀਜ਼ਾਂ ਲਈ ਅਲੱਗ-ਅਲੱਗ ਸੋਚ ਨਿਕਲ ਕੇ ਆਉਂਦੀ ਹੁੰਦੀ ਹੈ ਤਾਂ ਉਹ ਇਹੀ ਕਹਿੰਦੇ ਨੇ ਕਹਿੰਦਾ ਤੁਸੀਂ ਕੰਟਰੋਲ ਕਰ ਸਕਦੇ ਹੋ ਲੇਕਿਨ ਤੁਸੀਂ ਫਾਰਮਲ ਸਟਰਕਚਰ ਦੇ ਨਾਲ ਇਨਫਾਰਮਲ ਸਟਰਕਚਰ ਨੂੰ ਲੈ ਕੇ ਆਉਂਗੇ। ਫਿਰ ਪਾਵਰਸ ਨੂੰ ਵੀ ਕਹਿੰਦਾ ਤੁਹਾਨੂੰ ਐਡਜਸਟ ਕਰਨੀਆਂ ਪੈਣਗੀਆਂ। ਪਾਵਰ ਤੁਸੀਂ ਇੱਕ ਹੈਂਡ ਦੇ ਵਿੱਚ ਰੱਖੋਗੇ ਤਾਂ ਕਦੀ ਵੀ ਚੇਂਜਸ ਨਹੀਂ ਹੋਣਗੇ, ਪਾਵਰ ਤੁਸੀਂ ਇੰਡੀਵਿਜੂਅਲ ਦੇ ਵਿੱਚ ਦੇ ਦਿਓ ਤਾਂ ਇਜ਼ੀਲੀ ਬੇਸ ਨਾਲ ਤੁਸੀਂ ਚੇਂਜਸ ਨੂੰ ਅਡਾਪਟ ਕਰਵਾ ਲਓਗੇ। ਲਾਸਟ ਇੱਕ ਤੁਹਾਡੇ ਕੋਲ ਮਾਡਲ ਹੈਗਾ ਉਹ ਹੋ ਗਿਆ ਕੰਟੀਜੈਂਸੀ ਮਾਡਲ ਆਫ ਐਨਾਲਾਈਜ਼ਿੰਗ ਚੇਂਜ। ਇੱਕ ਕੰਟੀਜੈਂਸੀ ਮਾਡਲ ਹੈ ਉਹ ਕਹਿੰਦਾ ਵੀ ਚੇਂਜ ਨੂੰ ਤੁਸੀਂ ਐਨਾਲਾਈਜ਼ ਕਰਕੇ ਈਜ਼ੀਲੀ ਬੇਸ ਨਾਲ ਅਡਾਪਟ ਕਰਵਾ ਸਕਦੇ ਹੋ। ਇਹ ਜਿਹੜਾ ਮਾਡਲ ਬਣਾਇਆ ਗਿਆ ਉਹ ਕੂਟਰ ਕੋਈ ਪਰਸਨ ਹੈ, ਕੂਟਰ ਪਰਸਨ ਇਹਨੇ ਡਿਜ਼ਾਈਨ ਕੀਤਾ ਕਹਿੰਦਾ ਇਸ ਦੇ ਅਕੋਰਡਿੰਗ ਆਹ ਵਾਲੇ ਕੰਮ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲਾਂ ਇਹਦੇ ਵਿੱਚ ਕਹਿੰਦਾ ਐਜੂਕੇਸ਼ਨ ਪਲੱਸ ਕਮਿਊਨੀਕੇਸ਼ਨ ਹੋਣਾ ਜ਼ਰੂਰੀ ਹੈ। ਕੋਈ ਵੀ ਚੇਂਜ ਆਇਆ ਕਹਿੰਦਾ ਉਹਦੀ ਸਟੱਡੀ ਪਲੱਸ ਉਹਦੇ ਲਈ ਗੱਲਬਾਤ ਹੋਣਾ ਜ਼ਰੂਰੀ ਹੈ ਕੰਪਨੀ ਦੇ ਵਿੱਚ। ਜਿਵੇਂ ਐਗਜ਼ਾਮਪਲ ਸਟੱਡੀ ਲਈ ਥੋੜੀ ਵੀ ਤੁਹਾਨੂੰ ਬੁੱਕਸ ਦੇ ਦੇਣਗੇ ਤੁਸੀਂ ਕੰਪਨੀ 'ਚ ਕੰਮ ਕਰ ਰਹੇ ਹੋ ਤੁਸੀਂ ਪੜ੍ਹਨ ਲੱਗ ਜਾਓ, ਉੱਦਾਂ ਨਹੀਂ ਹੈ ਲੇਕਿਨ ਹੁਣ ਤੁਹਾਨੂੰ ਟ੍ਰੇਨਿੰਗਸ ਵਗੈਰਾ ਜਿਵੇਂ ਕੋਈ ਨਾ ਕੋਈ ਲੈਕਚਰਸ ਵਗੈਰਾ ਇੱਦਾਂ ਰੱਖ ਦੇਣਗੇ ਜਿਹਦੇ ਵਿੱਚ ਤੁਸੀਂ ਕਹਿੰਦਾ ਚੇਂਜਸ ਨੂੰ ਸਮਝ ਸਕੋ ਪਲੱਸ ਆਪਣੀ ਕੁਐਸਚਨਿੰਗ ਵੀ ਕਰ ਸਕੋ ਕਿਉਂਕਿ ਜਦੋਂ ਗੱਲਬਾਤ ਹੋਊਗੀ ਕਹਿੰਦਾ ਤੁਸੀਂ ਇਹਨੂੰ ਅਡਾਪਟ ਕਰ ਲਓਗੇ। ਦੂਸਰਾ ਪਾਰਟਿਸਿਪੇਸ਼ਨ ਐਂਡ ਇਨਵੋਲਵਮੈਂਟ, ਜਦੋਂ ਤੁਸੀਂ ਕਹਿੰਦਾ ਕੋਈ ਟ੍ਰੇਨਿੰਗ ਜਾਂ ਲੈਕਚਰ ਵਗੈਰਾ ਜਾਂ ਸੈਮੀਨਾਰ ਵਗੈਰਾ ਸੈੱਟ ਕਰੋਗੇ ਉਹਦੇ ਵਿੱਚ ਹਰੇਕ ਬੰਦੇ ਨੂੰ ਕਹਿੰਦਾ ਪਾਰਟਿਸਿਪੇਟ ਕਰਨ ਦਾ ਪਲੱਸ ਇਨਵੋਲਵ ਹੋਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ਤੁਸੀਂ ਆਪਣੇ ਪੁਆਇੰਟ ਆਫ ਵਿਊ ਰੱਖੋ ਔਰ ਉਹਨਾਂ ਤੋਂ ਕੁਐਸਚਨਿੰਗ ਕਰੋ, ਹਰੇਕ ਬੰਦਾ ਆਪਣੇ ਪੁਆਇੰਟ ਆਫ ਵਿਊ ਨਾਲ ਆਨਸਰ ਕਰੇ, ਉਹ ਦੇਖਿਆ ਜਾਵੇ ਕਿੱਥੇ ਹਰੇਕ ਬੰਦਾ ਫਾਇਦਾ ਸੋਚ ਰਿਹਾ ਨੈਗੇਟਿਵ ਸੋਚ ਰਿਹਾ ਉਹਨੂੰ ਚੇਂਜ ਕਰਿਆ ਜਾਵੇ। ਥਰਡ ਫੈਸਿਲਿਟੀਜ਼ ਐਂਡ ਸਪੋਰਟਸ, ਹਰੇਕ ਬੰਦੇ ਨੂੰ ਕਹਿੰਦਾ ਫੈਸਿਲਿਟੀਜ਼ ਦੇਣਾ ਵੀ ਜ਼ਰੂਰੀ ਹੈ। ਅਗਰ ਫੈਸਿਲਿਟੀਜ਼ ਨਹੀਂ ਦੋਗੇ ਤਾਂ ਗੜਬੜ ਤੁਹਾਡੇ ਲਈ ਹੋ ਜਾਏਗੀ। ਫਿਰ ਨੈਕਸਟ ਹੈਗਾ ਨੈਗੋਸ਼ੀਏਸ਼ਨ ਐਂਡ ਐਗਰੀਮੈਂਟ। ਹਮੇਸ਼ਾ ਕਹਿੰਦਾ ਬਾਰਗੇਨਿੰਗ ਸਿਸਟਮ ਜ਼ਰੂਰ ਹੋਣਾ ਚਾਹੀਦਾ। ਬਾਰਗੇਨਿੰਗ ਦਾ ਮਤਲਬ ਹੁੰਦਾ ਵੀ ਅਸੀਂ ਰੇਟ ਘੱਟ ਵੱਧ ਕਰੀਏ, ਲੇਕਿਨ ਕੰਪਨੀ ਦੇ ਵਿੱਚ ਬਾਰਗੇਨਿੰਗ ਕਿਸ ਤਰ੍ਹਾਂ ਹੋਗੀ ਕਿਉਂਕਿ ਨੈਗੋਸ਼ੀਏਸ਼ਨ ਤਾਂ ਹਰੇਕ ਬੰਦੇ ਨਿਕਲ ਕੇ ਆਣੀ ਹੈ। ਜਦੋਂ ਤੁਸੀਂ ਨਵੇਂ ਕੁਝ ਰੋਲ ਲੈ ਕੇ ਆਉਂਗੇ ਕਹਿੰਦਾ ਬਾਰਗੇਨਿੰਗ ਉੱਥੇ ਹੋਵੇ, ਤੁਸੀਂ ਉਸ ਬੰਦੇ ਦੇ ਪੁਆਇੰਟਸ ਨੂੰ ਵੀ ਨਾਲ ਲਵੋ, ਆਪਣੇ ਪੁਆਇੰਟਸ ਵੀ ਨਾਲ ਦਿਓ, ਉਸ ਬੰਦੇ ਦੇ ਪੁਆਇੰਟ ਨੂੰ ਨਾਲ ਲਓ ਤਾਂ ਈਜ਼ੀਲੀ ਬਿਜ਼ਨਸ ਕਰਨਾ ਤੁਸੀਂ ਪੁਆਇੰਟ ਨੂੰ ਜੋ ਚੇਂਜਸ ਨੇ ਉਹਨੂੰ ਅਡਾਪਟ ਕਰਵਾ ਸਕਦੇ ਹੋ। ਫਿਰ ਹੈਗਾ ਮੈਨੂਪੂਲੇਸ਼ਨ ਐਂਡ ਕੋਆਪਰੇਸ਼ਨ।
कोशिश ये करो कि कहना इन्फॉर्मेशन जी है ज्यादा तो ज्यादा इकट्ठी करने की कोशिश करो, क्योंकि सारे परसन जो इनवॉल्व होंगे पार्टिसिपेट्स करेंगे तो उत्ते सानू इन्फॉर्मेशन ज्यादा मिलूगी। एक परसन कहना अपने रूल सब नूं दसूगा तो कोई फायदा नहीं होना, क्योंकि इन्फॉर्मेशन छोटी जी रह जानी है। हो सकता है कुछ परसन ज्यादा नॉलेज लैके बैठे होण, सानू उसदी नॉलेज भी ज्यादा मिल जूगी। एक्सप्लिक्ट एंड इंप्लिक्ट क्वेश्चन, किसी बंदे नूं कहंदा तुसीं पोजीशन या फिर उन्हें थ्रेट ना करो भी तेरी पोजीशन डाउन हो जाएगी, हर एक बंदे को तेरी पोजीशन वही रहनी हैगी है, लेकिन ਉਹਦੇ ਉੱਪਰ ਜਿਹੜਾ ਪ੍ਰਭਾਵ ਹੈ, ਜਿਵੇਂ ਕੁਐਸਚਨ ਦਾ ਮਤਲਬ ਹੁੰਦਾ ਦਬਾਅ ਪਾਉਣਾ, ਦਿਮਾਗ ਦੇ ਉੱਪਰ ਦਬਾਅ ਇਸ ਤਰ੍ਹਾਂ ਦਾ ਪਾਇਆ ਜਾਵੇ ਉਹਨੂੰ ਇਦਾਂ ਲੱਗੇ ਕਿ ਸਿਰਫ ਕੰਮ ਕਰਨਾ ਹੈ, ਜਿਹੜੀਆਂ ਸਾਡੀਆਂ ਪਾਵਰਸ ਨੇ ਜਾਂ ਫਿਰ ਸਾਡੀਆਂ ਅਥਾਰਟੀ ਨੇ ਉਹ ਚੇਂਜ ਨਹੀਂ ਹੋਣਗੀਆਂ। ਜੋ ਪੋਜੀਸ਼ਨ ਤੇ ਤੁਸੀਂ ਕੰਮ ਕਰ ਰਹੇ ਹੋ ਪੋਜੀਸ਼ਨ ਤੇ ਤੁਸੀਂ ਹੀ ਰਹਿਣਾ ਹੈਗਾ। ਤਾਂ ਈਜ਼ੀਲੀ ਬੇਸ ਨਾਲ ਕਹਿੰਦਾ ਕੰਟੀਨਿਊਸ ਬੇਸ ਨਾਲ ਚੱਲਾਂਗੇ ਤਾਂ ਸਾਡੀ ਕੰਪਨੀ ਅਡਾਪਟ ਕਰ ਸਕਦੀ ਹੈ ਕਿਸੇ ਵੀ ਚੇਂਜ ਨੂੰ। ਨੈਕਸਟ ਟੌਪਿਕ ਸਾਡੇ ਕੋਲ ਹੈਗਾ ਮੋਟੀਵੇਸ਼ਨ ਐਂਡ ਲੀਡਰਸ਼ਿਪ। ਕੰਪਨੀ ਦੇ ਵਿੱਚ ਕਹਿੰਦਾ ਕੰਮ ਹਮੇਸ਼ਾ ਮੋਟੀਵੇਸ਼ਨ ਲੈਵਲ ਹੋਣਾ ਜ਼ਰੂਰੀ ਹੈ, ਕਿਉਂਕਿ ਕਹਿੰਦਾ ਤੁਸੀਂ ਕੋਈ ਵੀ ਕੰਮ ਨੂੰ ਬੈਟਰ ਪਰਫਾਰਮ ਕਰਵਾਉਣਾ ਚਾਹੁੰਦੇ ਹੋ, ਕਿਉਂਕਿ ਵਰਕ ਤਾਂ ਸਾਰੀ ਕੰਪਨੀ ਕਰਦੇ ਨੇ, ਤੁਸੀਂ ਚਾਹੁੰਦੇ ਹੋ ਵੀ ਕੁਆਲਿਟੀ ਬੇਸ ਤੇ ਕੰਮ ਹੋਵੇ ਪਲੱਸ ਈਜ਼ੀਲੀ ਬੇਸ ਨਾਲ ਕੰਮ ਹੋਵੇ, ਤਾਂ ਮੋਟੀਵੇਸ਼ਨ ਪਲੱਸ ਲੀਡਰਸ਼ਿਪ ਹੋਣਾ ਜ਼ਰੂਰੀ ਹੈ। ਅਗਰ ਕੰਪਨੀ ਦੇ ਵਿੱਚ ਇਹ ਚੀਜ਼ ਨਹੀਂ ਹੋਊਗੀ, ਕਹਿੰਦਾ ਤੁਸੀਂ ਮੋਟੀਵੇਟ ਨਹੀਂ ਕਰੋਗੇ ਕਿਸੇ ਪਰਸਨ ਨੂੰ ਜਾਂ ਲੀਡਰਸ਼ਿਪ ਨਹੀਂ ਹੋਊਗੀ ਤਾਂ ਕੋਈ ਵੀ ਕੰਮ ਜੋ ਹੈ ਈਜ਼ੀਲੀ ਬੇਸ ਨਾਲ ਪਰਫਾਰਮ ਨਹੀਂ ਹੋ ਪਾਊਗਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਾਟ ਇਜ਼ ਮੋਟੀਵੇਸ਼ਨ। Motivation is the result of processes internal and external to the individual persistent to pursue a certain course of action। motivation ਦਾ ਮਤਲਬ ਹੁੰਦਾ ਕਿ ਜਦੋਂ ਅਸੀਂ ਰਿਜ਼ਲਟਸ ਲੈਣੇ ਹੈਗੇ ਵੀ ਸਾਡੀ ਪ੍ਰੋਸੈਸ ਦੇ ਰਿਜ਼ਲਟਸ ਕੀ ਨੇ ਐਜ਼ ਪਰ ਸਾਡੀ ਆਪਣੀ ਜਜਮੈਂਟ ਦੇ ਅਕੋਰਡਿੰਗ, ਹਰ ਇੱਕ ਬੰਦਾ ਉਹਦੇ ਨਾਲ ਸੈਟੀਸਫਾਈਡ ਹੋਵੇ ਉਹਨੂੰ ਅਸੀਂ ਮੋਟੀਵੇਸ਼ਨ ਕਹਿੰਦੇ ਹਾਂ। ਤੁਸੀਂ ਅਗਰ ਕਹਿੰਦਾ ਇਹਦੀ थर्ड वाली डेफिनेशन लिखी है अकॉर्डिंग टू दी जेडजेक एंड ब्लड लिखे, मोटिवेशन इज दी प्रीडिस्पोजिशन ऑफ एक्ट ऑफ स्पेसिफिक गोल डायरेक्टेड वे। ਜਿਹੜੇ ਤੁਹਾਡੇ ਕਹਿੰਦਾ ਪਹਿਲਾਂ ਤੋਂ ਗੋਲ ਸੈਟਅਪ ਕੀਤੇ ਗਏ ਨੇ ਉਹਨੂੰ ਕਿਸ ਦਿਸ਼ਾ ਦੇ ਵਿੱਚ ਅਚੀਵ ਕਰਨਾ ਹੈ ਉਹਦੇ ਲਈ ਜ਼ਰੂਰੀ ਹੁੰਦਾ ਕਹਿੰਦਾ ਮੋਟੀਵੇਸ਼ਨ। ਮੋਟੀਵੇਸ਼ਨ ਤੁਸੀਂ ਤਾਂ ਹੀ ਕਰਦੇ ਹੋ ਕਹਿੰਦਾ ਜਿਹੜੇ ਤੁਹਾਡੇ ਗੋਲ ਨੇ ਤੁਹਾਡੇ ਪ੍ਰੀ ਡਿਟਰਮਾਈਨਡ ਵੇ ਦੇ ਅਕੋਰਡਿੰਗ ਅਚੀਵ ਹੋ ਜਾਂਦੇ ਨੇ, ਉਹ ਮੋਟੀਵੇਸ਼ਨ ਹੀ ਹੁੰਦਾ। ਕਿਉਂਕਿ ਕੰਪਨੀ ਦੇ ਵਿੱਚ ਅਗਰ ਮੋਟੀਵੇਸ਼ਨ ਨਹੀਂ ਹੋਊਗਾ ਤਾਂ ਕੰਮ ਪ੍ਰੋਪਰ ਤਰੀਕੇ ਨਾਲ ਹੋਣਗੇ ਕਦੀ ਵੀ ਨਹੀਂ। ਜੋ ਤੁਸੀਂ ਕੁਆਲਿਟੀ ਲੈ ਕੇ ਆਉਣਾ ਚਾਹੁੰਦੇ ਹੋ ਜਾਂ ਪਰਫਾਰਮੈਂਸ ਦੇਖਣਾ ਚਾਹੁੰਦੇ ਹੋ ਉਹ ਮੋਟੀਵੇਸ਼ਨ ਦੇ ਅਕੋਰਡਿੰਗ ਹੀ ਨਿਕਲ ਕੇ ਆਣੀ ਹੈ। ਜਿੰਨੀਆਂ ਵੀ ਕਹਿੰਦਾ ਉੱਪਰ ਡੈਫੀਨੇਸ਼ਨ ਲਿਖੀਆਂ ਗਈਆਂ ਨੇ ਉਸ ਦੇ ਅਕੋਰਡਿੰਗ ਕਹਿੰਦਾ ਮੋਟੀਵੇਸ਼ਨ ਇੱਕ ਕਾਮਨ ਪਰਸਪੈਕਟ ਦੇ ਅਕੋਰਡਿੰਗ ਨਿਕਲ ਕੇ ਆਉਂਦੀ। ਸਭ ਤੋਂ ਪਹਿਲਾਂ what energies human behavior, ਕਹਿੰਦਾ ਹਮੇਸ਼ਾ ਇਹ ਦੇਖਿਆ ਜਾਂਦਾ ਵੀ ਹਿਊਮਨ ਬਿਹੇਵੀਅਰ ਦੀ એનર્ਜੀਜ਼ ਕੀ ਨੇ। ਸੈਕਿੰਡ what direct channel such behavior, ਕਿਹੜੇ ਚੈਨਲ ਜਿਹੜੇ ਉਸ ਬਿਹੇਵੀਅਰ ਨੂੰ ਡਾਇਰੈਕਟ ਕਰ ਰਹੇ। ਚੈਨਲ ਦਾ ਮਤਲਬ ਇਹ ਹੁੰਦਾ ਵੀ ਸੋਨੀ ਸਟਾਰ ਪਲੱਸ ਇਦਾਂ ਦਾ ਨਹੀਂ ਹੋਊਗਾ, ਮਤਲਬ ਕੰਪਨੀ ਦੇ ਵਿੱਚ ਕਿਹੜੇ ਪਰਸਨਸ ਉਸ ਮੋਟੀਵੇਸ਼ਨ ਲੈਵਲ ਨੂੰ ਅੱਗੇ ਲੈ ਕੇ ਆ ਰਹੇ ਨੇ। ਹਾਊ ਇਜ਼ ਬਿਹੇਵੀਅਰ ਮੇਨਟੇਨਡ ਐਂਡ ਸਸਟੇਨਡ, ਕਿਵੇਂ ਕਹਿੰਦਾ ਬਿਹੇਵੀਅਰ ਨੂੰ ਤੁਸੀਂ ਮੇਨਟੇਨ ਕਰੋਗੇ। मोटिवेशन है सर्टन अंडरलाइंग प्रॉपर्टीज, मोटिवेशन की कुछ प्रॉपर्टीज भी दी हैं। सबसे पहले इट इज इंडिविजुअल फिनोमिनन, मोटिवेशन की प्रॉपर्टी है ये कि इंडिविजुअल फिनोमिनन होता है। हर एक बंदे का मोटिवेशन लेवल अपने ऊपर ही सेटअप होता है। हम बोलेंगे हम एक ही तरह से सबको मोटिवेट कर देंगे, मुश्किल होता है कि इंडिविजुअल अपना ही अलग अलग फिनोमिनन होगा। मोटिवेशन इज इंटेंशनल, मोटिवेशन भी हमेशा इंटेंशनल होता है। आप बोलेंगे जैसे इन्होंने बोला व्हेन एम्प्लॉय डज समथिंग, जब एम्प्लॉय करेंगे कुछ तब भी मोटिवेशन। आप कभी ऐसे नहीं किसी बंदे को बैठे बैठे मोटिवेट कर दोगे वो काम कर लेगा, जब तक उस बंदे की अपनी इंटेंशन नहीं निकल के आएगी तो मोटिवेशन होगा ही नहीं। जैसे मैंने बोला नेटवर्किंग काम में हम बोलेंगे कि हमें बोले नेटवर्किंग काम करना है, उस ट्रेनिंग में क्या होगा आपको एक आधी मीटिंग पे ले जाएंगे, आपको बहुत कुछ दिखाएंगे वहां पे भी इस बंदे को कार मिल रही है, बंदे को बाइक मिल रहा है, ये बंदे इतने मेंबर जोड़ लिए हैं। तो वो जब तक आपका माइंड सेटअप नहीं होगा, आपकी खुद की इंटेंशन नहीं होगी ना, तब तक आप उसमें प्रभावित नहीं होंगे। हाँ अगर आप सोच के गए हुए हैं भी मैं तो जाते ही पहले 2-3 बातें सुनी, मैं इंटेंशन मेरी निकल के आ गई मैं भी सेटअप करूंगा, तो एक दिन ज्वाइन कर लोगे। अदरवाइज पहले से ही मन में बिठा के गए हैं फिर तो मन में ही होता है पार्टी में खाने को क्या मिलेगा वो खा के हम अपना घर आ जाएंगे, पता ही जिसको गाड़ी मिलनी है तो मिल ही जाएगी। मोटिवेशन हैज मैनी फैक्ट्स, मोटिवेशन कहता है अलग अलग फैक्ट भी होते हैं। कोई एक फैक्ट मोटिवेशन का जो होता है भी अलग अलग फैक्ट है, रिसर्चर डिसाइड कर लेते हैं। रिसर्चर जो है फाइंड करवाते हैं इन चीजों को कि मोटिवेशन किससे कोई बंदा प्रभावित हो रहा है, कोई बंदा जो है उत्साहित हो रहा है, उसके अकॉर्डिंग ही मोटिवेशन लेवल सेटअप किया जाएगा।
पर्पस ऑफ मोटिवेशन थ्योरीज इज प्रेडिक्ट बिहेवियर। मेन जो इसका पर्पस होता है मोटिवेशन का कि हर एक बंदे के बिहेवियर को प्रेडिक्ट करना, पहचानना कि कौन बंदा क्या सोच रहा है कंपनी के बारे में या काम के प्रति, इसलिए कंपनी में मोटिवेशन लेवल किया जाता है। ह्यूमन फैक्टर एंड मोटिवेशन। ह्यूमन फैक्टर हमेशा डिपेंड करते हैं मोटिवेशन लेवल पे। मैंने इस पॉइंट को पहले भी क्लियर कर लिया। कुछ पर्सन्स हैं जिन्होंने मोटिवेशन की थ्योरीज लिखी हैं। आपको क्वेश्चन जब आएगा तो मोटिवेशन क्या है या फिर थ्योरीज ऑफ मोटिवेशन लिखिए, या फिर किसी एक थ्योरी के बारे में पूछ लिया जाता है, अभी आपको बतानी होंगी। जो पिछला भी हमने टॉपिक किया उसमें भी हमारे पास 3 थ्योरी थी, इसमें फिर आगे मोटिवेशन की 3 थ्योरी आ रही है। सबसे पहले थ्योरी पढ़ते हैं हायरार्की ऑफ नीड्स थ्योरी। ये जो थ्योरी है, एक मैशेलो कोई पर्सन है, अब्राहम मैशेलो पर्सन अंग्रेज है, उसने बोला है कि कहता अगर आप कहता हायरार्की लेवल में चलोगे, हर एक बंदे की नीड्स को समझोगे, कहता वो बंदा मोटिवेट हो जाएगा। मोटिवेशन के लिए जरूरी है कहता उस बंदे की वो सारी नीड्स को कंप्लीट किया जाए। अगर आप नीड्स कंप्लीट कर रहे हो तो बंदा काम के प्रति आपको रिजल्ट बेटर देगा और मोटिवेट भी होगा। इन्होंने देखो एक ग्राफ बनाया है, उसमें नीचे से स्टार्ट होना है, हमने ऊपर से स्टार्ट नहीं होंगे। सबसे पहला पॉइंट कहता हर एक बंदे की कहता जरूरी है कि आप फिसाइकोलॉजिकल नीड्स को देखो। फिसाइकोलॉजिकल नीड्स जैसे उसका खाना पीना, घर रहना, सोना, टाइम टू टाइम, ये सारी चीजें कहता सेटअप होनी जरूरी है। अगर किसी भी पर्सन को कंपनी में जो भी इंडिविजुअल काम कर रहे हैं, अगर ये नीड्स उसकी कंप्लीट होंगी तो बंदा कहता मोटिवेट होगा, क्योंकि उसको टाइमली कंपनी में आने को टाइम मिल रहा है। आप बोलोगे उसको 14-14 घंटे काम करवाना है तो कभी भी बंदा मोटिवेट नहीं होगा आपकी कंपनी में। ऊपर 8 घंटे की ड्यूटी, टाइम पे उसको खाने का टाइम मिल रहा है, चाय पानी मिल रही है, मीन्स उसको उतनी सैलरी वेजेस फिक्स मिल रही है जो उसका लिविंग स्टैंडर्ड अपलिफ्ट करवा सके, तो वो मोटिवेट होगा। दूसरा वो बोल रहा है कहता जब आपकी साइकोलॉजिकल नीड्स कंप्लीट हो जाती हैं तो उसको बाद आपको कहता टर्न करके आना होगा उसको सेफ्टी प्लस सिक्योरिटी। कंपनी में जब वो बंदा काम कर रहा है उसको सेफ्टी प्रोवाइड की जाए, जो सेफ्टी इक्विपमेंट्स हैं वो दिए जाए, प्लस सिक्योरिटी। सिक्योरिटी का मतलब होता है कि जो मान लीजिए ना कोई भगवान चाहे भी ऐसी कोई मिस हैपनिंग हो जाए कंपनी में काम करते, मीन्स उसकी इंश्योरेंस होनी चाहिए, प्लस उसकी फैमिली के लिए कोई सपोर्ट का सिस्टम आपने ऐसा किया होना चाहिए ताकि मान लो बंदे को कुछ टाइम के लिए कोई प्रॉब्लम आई तो आप सैलरी देना बंद कर दो, ऐसा नहीं होना चाहिए। बहुत सारी कंपनीज ऐसी ही होती हैं भी उन्होंने पूरे प्रॉपर सर्विस दी हुई है, क्योंकि लेबर एक्ट ये दिखाता है कि हर एक लेबर जो कंपनी में काम कर रही होंगी उनको फैसिलिटीज मिलती हैं। कोई बंदा मान लो ऐसी कोई डिसेबलमेंट होगी तो उसको कंपनी से सैलरीज आती रहती है, प्लस फ्री में उसका इलाज होता रहता है, तो ये फैसिलिटीज कहते हैं उसको मिलनी चाहिए। थर्ड उन्होंने बताया कि जब आप कहता फिर साइकोलॉजिकल नीड्स को कंप्लीट कर देते हो, फिर आप कहता उसकी लव नीड्स को कंप्लीट करो। लव नीड का मतलब ये नहीं है कि आप उनको घर वालों को इधर ले आओ जो उनको ले आओ, लेकिन मीन्स उनके साथ एक परिवार जैसा माहौल बना के रखो। परिवार जैसा माहौल बना के रखने का मतलब ये है जब भी जरूरत पड़े तो कंपनी खुद स्टैंड हो उसके आके, या फिर मान लीजिए जिन बहुत सारी आज के टाइम ऐसे होता है वुमेन या फिर कंपनी में काम करती हैं, उनके बेबीज वगैरह जैसे होते हैं तो वो कंपनी घर में नहीं छोड़ सकती हैं, लेकिन कंपनी में काम उनका बेस्ट है। तो बहुत सारी कंपनीज क्या करती हैं एक स्पेशल हॉल टाइप बना देती हैं अपनी कंपनीज में, वहां पे बच्चों के लिए खिलौने और स्पेशल 1-2 लेडीज को रख लेते हैं भी, वो सभी बच्चों की केयर के लिए वहां पे, तो या फिर उनको फैसिलिटीज प्रोवाइड करवाती हैं ताकि उनको जो भी प्रॉब्लम्स आ रही हैं वो सॉल्व की जाए। उसके बाद ये बंदा कहता है कि आप हमेशा फिर साइकोलॉजिकल नीड्स, फिर उसके बाद लव नीड्स के बाद आप आइए कहता एस्टीम नीड्स के बाद आइए। एस्टीम नीड्स का मतलब होता है कि आप ये देखेंगे कौन बंदा क्या अचीव करना चाहता है। कंपनी में कहता किसी बंदे को मोटिवेट करना है तो पहले उसकी दिमाग को समझिए, वो कंपनी में आया था किस लेवल पे आया था। अभी आप उसको एम्प्लॉय बना के मत रखो। अगर वो स्टाफ लेवल में बनना चाहता है, एबिलिटीज हैं उसके पास, स्किल्स हैं, तो उसको वो चांस मिलने चाहिए। लास्ट है नीड फॉर सेल्फ एक्चुअलाइजेशन। हर एक बंदे को कहता आप उसको सेल्फ में एक्चुअल फाइंड करने के लिए पता छोड़ दें। हर एक बंदा एक्चुअल में क्या बनना चाहता है, प्लस उसके फ्यूचर में क्या गोल है, उसके भी उसको आपको समझना होगा। अगर इन चीजों को कहता आप कंप्लीट करते हो तो कोई भी बंदा आपके पास मोटिवेट हो जाएगा कंपनी में। ये बंदा जो है अब्राहम मैशेलो है वो बोलता है ये नीड्स कंप्लीट होनी चाहिए। उसके बाद जो आपकी थ्योरी है वो है थ्योरी एक्स एंड वाई। ये थ्योरी इंपॉर्टेंट है, कई बार इस थ्योरी के बारे में अलग से भी अकेले के लिए पूछ लेते हैं। भी इस थ्योरी को बताइए। थ्योरी भी जो हमारी एक्स और वाई थ्योरी है, ये डगलस मैकजॉर्जर टेकिंग ए न्यू क्यू ऑन मोटिवेशन फ्रॉम द मैशेलो नीड्स बेस्ड थ्योरी। डगलर एक पर्सन है, उसने न्यू क्यू लिया, मीन्स उसके हिसाब से कुछ अलग है
हायरार्की थ्योरी से बिल्कुल अलग। इस थ्योरी में देखो ये पर्सन बताता है, कहता सेफ्टी नीड एज लोअर ऑर्डर नीड्स टू बी सोशल स्टीम सेल्फ एक्शन नीड्स अपर ऑर्डर नीड्स। ये बंदा बोलता है भी जो हायरार्की नीड्स में थी, कहता आप नीचे से शुरू होके ऊपर तक जा रहे थे, कहता है ऐसा कभी नहीं होना चाहिए। मैकजोर्जर कहता है कि हमारी थ्योरी के अकॉर्डिंग जो नीड्स हैं वो ऊपर से कंप्लीट होनी चाहिए। पहले कहता है बंदे को सेल्फ एक्चुअलाइजेशन होनी चाहिए, फिर उसको चांस मिलना चाहिए कंपनी में वो क्या कर सकता है, लास्ट में जाके कहता है उसकी साइकोलॉजिकल नीड्स कंप्लीट होनी चाहिए। उसने अपने हिसाब से थ्योरी एक्स और वाई में दोनों चीजों को बताया है। उसने थ्योरी एक्स में कुछ और बता रहा है, थ्योरी वाई में वो क्या बता रहा है। देखो सबसे पहले इसने लिखा है लिस्ट द अजम्पशन दैट मैकजोर्गर मेक्स अबाउट द पीपल रिजॉल्विंग देम इन द न्यू फेमस थ्योरी एक्स एंड वाई। वो अपनी दो थ्योरी बताई उसने एक्स और वाई। सबसे पहले एक्स थ्योरी के बारे में बात करते हैं। पीपल आर बाय नेचर इंडोलेंट, दे वर्क एज लिटिल एज पॉसिबल। कहना एक्स थ्योरी में पर्सन बोलता है मैकजोर्जर, जो पीपल कंपनी में काम कर रहे होते हैं वो नेचर से इंडोलेंट होते हैं, मीन्स वो बेपरवाह होते हैं। जब उनको लगता है तब वो थोड़ा काम करेंगे, अदरवाइज वो काम नहीं करेंगे। थ्योरी एक्स में वो कहता है। फिर वो बोलता है पीपल लैक एम्बिशन, डिसलाइक रिस्पॉन्सिबिलिटी एंड प्रेफर टू बी लेट। लोग जो कहता एम्बिशंस होते हैं, अपने हिसाब से होते चीज होते हैं, वो रिस्पॉन्सिबिलिटी को लेके चलना, कंपनी में काम करना, इसको कहता पसंद नहीं करते। हम बोलेंगे उनको रिस्पॉन्सिबिलिटी दे दो, बहुत सारे कहता कंपनी में ऐसा नहीं है आप सभी बंदों को रिस्पॉन्सिबिलिटी सेटअप कर दोगे और वो काम कर देंगे। नहीं, मोस्टली लोग क्या करते हैं, कहता कंपनी में सिर्फ टाइम स्पेंड करना आता है, हम इतने घंटे की ड्यूटी करनी है, वो इतना ही काम करेंगे। पीपल आर इनहेरेंटली सेल्फ सेंटर्ड इंडिफरेंट ऑर्गेनाइजेशन नीड्स। कंपनी में कहता जो लोग आएंगे वो सेल्फ सेंटर्ड होते हैं, अपना खुद ही सोच के आए होते हैं, और कंपनी के जो नीड्स होते हैं उससे बिल्कुल अलग होते हैं। कंपनी ने क्या सोच के कंपनी में क्या रखा होता है उनको, आप ये नहीं मान सकते वो वैसे ही होंगे, क्योंकि वो अपनी नीड्स के अकॉर्डिंग कंपनी में काम करने आए होते हैं। पीपल आर गाइलेबल एंड नॉट ए वेरी ब्राइट एंड रेडी डिप्यूट्स विद चार्टर एंड डैमेजेस। कंपनी में जो पर्सन्स आएंगे वो कहता गाइलेबल होते हैं, मीन्स आपकी गाइडेंस को तो समझेंगे, लेकिन ज्यादा ब्राइट होंगे आप ये नहीं मान सकते, क्योंकि ब्राइट नहीं होते। आप उनको गाइड करेंगे वो आपका काम कर देंगे। मोस्टली गाइड होंगे नहीं होंगे, वो हमेशा रीड करेंगे आप क्या करने की कोशिश कर रहे हैं, लेकिन प्रॉपर रिजल्ट्स आपको प्रॉपर ट्रेनिंग के वो काफी टाइम लग जाता है। तो वो यही बोलता है थ्योरी एक्स में, उसके अकॉर्डिंग भी अगर उनकी नीड्स को अपर लेवल से कंप्लीट किया जाए तो फायदा हो सकता है। दूसरी थ्योरी वाई भी उसने बताई है, एक्स में कुछ और बता रहा था, वाई में कुछ और बता रहा है। पीपल आर नॉट बाय द नेचर पैसिव और रेजिस्टेंट टू ऑर्गेनाइजेशन नीड्स। कहता पीपल जो है आर नॉट, अपने नेचर से पैसिव होते हैं, सोच के आए होते हैं, और हमेशा रुकावटें जरूर डालते हैं, क्योंकि कंपनी में जब भी चेंज आएंगे तो चेंजेस को रुकावट जरूर डालेंगे। अगर आप कहता उनको बेटर रिजल्ट चाहते हो तो उनके लिए जरूरी है कि उनको एक्सपीरियंस होना चाहिए। कंपनी में बेटर चाहिए तो उनको एक्सपीरियंस प्रोवाइड कीजिए। दूसरा मोटिवेशन पोटेंशियल डेवलपमेंट फॉर द कैपेसिटी ऑफ अज्यूमिंग रिस्पॉन्सिबिलिटी। मोटिवेशन कहता है आप अज्यूमिंग रिस्पॉन्सिबिलिटी, आप सोच के चलते हैं कि रिस्पॉन्सिबिलिटी सेटअप करेंगे तो बंदा मोटिवेट हो जाएगा, ऐसा नहीं हो सकता। essential task of management by arrange condition and method of cooperation that people can achieve। आपका कहता है हमेशा कंपनीज का अरेंज किया होना चाहिए, उसमें कंडीशंस और मेथड ऐसे होने चाहिए ताकि हर एक बंदा कहता काम को समझ सके, तो काम जो है इजली बेस पे कंप्लीट हो जाएंगे। तो इस थ्योरी में उसने अपने हिसाब से अजम्पशन बता दी लोगों के लिए। तो कहता भी अगर ये अजम्पशंस आप समझते हो भी आपको पहले से ही पता होना चाहिए, क्योंकि हर एक बंदे का बिहेवियर आप प्रेडिक्ट एकदम से नहीं कर पाएंगे, क्योंकि जब तक किसी बंदे के साथ बातचीत नहीं होगी, प्रॉपर कम्युनिकेशन नहीं होगी, तो आप समझ ही नहीं पाएंगे। तो जरूरी है कहता कि आप अगर हायरार्की नीड्स को ऊपर से नीचे तक कंप्लीट करेंगे तो आप कहता बेस्ट मोटिवेशन लेवल कंपनी में लेके आ सकते हैं। फिर हमारे पास एक थ्योरी है मोटिवेशन हाइजीन थ्योरी। मोटिवेशन हाइजीन थ्योरी का मतलब कि इन्होंने थ्योरी को 2 फैक्टर्स थ्योरी में दिखाया है। आगे देखो इन्होंने दिखाई हुई है एक ग्राफ उन्होंने बता के दिखाया है, सेटिस्फेक्शन, ट्रेडिशनल व्यू, डिससेटिस्फेक्शन। कहता अगर कंपनी में कोई सेटिस्फेक्शन लेवल आप सेटअप करना चाहते हो, जो बंदे आपके पास आए हैं उनकी सोच ही ट्रेडिशनल बेस पे है, वो सोचते ही पुराना है, उनकी पुरानी सोच है, आप उनको कैसे न्यू टेक्नोलॉजी में ले आओगे। फर्स्ट फैक्टर तो ये होगा कि आपका वो फिर लेवल क्या आएगा, डिससेटिस्फेक्शन में आएंगे। आप उनको जो समझाना चाहते थे आपने चेंजेस उनको बता दिए, जिस प्रकार से मर्जी मोटिवेट कर लीजिए, वो हमेशा आपसे डिससेटिस्फाइड ही रहेंगे। लेकिन कहता अगर हम हाइबरजन व्यू एक पर्सन जो ऐसा है वो कहता
अगर मैं मान के चलो कि थ्योरी में हम उनको सेटिस्फेक्शन लेवल प्लस डिससेटिस्फेक्शन लेवल को दोनों को लेके चले, जिस लेवल में वो डिससेटिस्फाइड हो रहे हैं अगर उनके नीड्स को भी कंप्लीट थोड़ा बहुत कर दिया जाए तो फायदा हो सकता है कि वो सेटिस्फाइड हो। एग्जाम्पल जैसे लें, गवर्नमेंट कोई रूल पास कर देती है, अभी जैसे चल रहा है किसानों का धरना, ये धरना खत्म कैसे होंगे, किसानों से बात होगी, उनके कुछ कुछ जो पॉइंट मान लिए जाएंगे, क्योंकि पूरा रूल तो चेंज होने वाला है नहीं। उनको भी पता है कि जो रूल एक बार बन गया वो बना ही रहेगा। सेम कंपनी लेवल में ऐसा होता है, मान लो जो इंडिविजुअल्स आपसे सेटिस्फाइड नहीं है, अगर उनसे कुछ कुछ पॉइंट्स बातचीत करके रख लिए जाएं तो वो सेटिस्फेक्शन लेवल जो है कहता कंप्लीट हो सकता है। जैसे इन्होंने दिखाया आगे, सेटिस्फेक्शन हाई वर्जन जीरो मोटिवेशन, तो ये कहता चलेगा, आप उनको प्लस करके लेके आ सकते हो। नो डिससेटिस्फेक्शन हाइजन फैक्टर्स, हमेशा क्या होगा जहां पे नो डिससेटिस्फेक्शन, कोई बंदा मानने को तैयार नहीं है, डिससेटिस्फेक्शन पहले चल रही है, उस टाइम पे कहता आप थ्योरी लगाइए हाइजन फैक्टर्स की, कुछ पॉइंट्स उनको सिलेक्ट कीजिए तो आप बीच में आ जाएंगे, मोटिवेशन लेवल भी निकल के आ जाएगा। प्लस जो बंदे नहीं मान रहे थे वो कुछ पॉइंट मान के आपकी स्टडी को कंप्लीट कर लेंगे और कंपनी के जो ऑब्जेक्टिव है उनको अचीव वो करवा देंगे। तो इस थ्योरी में हम यही मान के चलेंगे कि जो पॉइंट्स सबकी सुनी जाएगी, जैसे मैं बोलूंगा इनफॉर्मल ग्रुप में आ जाएंगे हम। इनफॉर्मल ग्रुप का मतलब कि कंपनी अपनी कमांड जो है, जो पावर्स हैं वो पीयर्स को छोड़ दें, पीयर्स सॉरी बोलते हैं, जो अपने लोअर लेवल में काम कर रहे हैं उनके ऊपर छोड़ देते हैं। देखो इन्होंने दिखाया भी है, हाइजीन जॉब डिससेटिस्फेक्शन, मोटिवेशन जॉब सेटिस्फेक्शन, दो चीज दिखाती हैं। सबसे पहले जॉब डिससेटिस्फेक्शन, इसमें दिखाया कंपनी पॉलिसी एंड एडमिनिस्ट्रेशन, कंपनी की पॉलिसी जो होती है उसके प्रति लोग जो है वफादार नहीं होते हैं। दूसरा सुपरवाइजन, कौन बंदा सुपरवाइज कर रहा है। इंटरपर्सनल रिलेशनशिप, आपस में उन लोगों के रिलेशनशिप है वो चीजें। सैलरी, स्टेटस, सिक्योरिटी या फिर वर्किंग कंडीशन, ये कहता हाइबन थ्योरी बोलती है कि इसमें मोस्टली ज्यादातर लोग जो है हमेशा डिससेटिस्फाइड होते ही होते हैं, क्योंकि हर एक बंदा ना तो अपनी सैलरी से, ना सिक्योरिटी से, ना कंपनी के रूल्स एंड रेगुलेशन से कभी भी सेटिस्फाइड नहीं होते। लेकिन वो हाइजन थ्योरी बोलती है कि जिन चीजों में आप उसको सेटिस्फाइड कर सकते हो, दिखाया उन्होंने अचीवमेंट, उस बंदे को कहता अगर कंपनी में आप दिखा दो भी आप इस तरह से अचीवमेंट कर सकते हो तो बंदा सेटिस्फाइड हो जाएगा, कंपनी के रूल भी चलेंगे, अपना काम भी करके देगा वो। दूसरा रिकॉग्नाइजेशन ऑफ अचीवमेंट, अचीवमेंट कैसे होगी उस चीज के बारे में अगर आप उसको पहले से बता दोगे एम्प्लॉइज को तो वो काम कंपनी में बेटर करेगा। वर्क इटसेल्फ, बंदे को खुद बोला जाए कि ये काम तुमने खुद करना है और अपनी जिम्मेवारी से करना है तो बंदा काम करेगा, अगर आप प्रेशर में करवाओगे तो नहीं होने वाला। रिस्पॉन्सिबिलिटी, उसकी रिस्पॉन्सिबिलिटी अगर उसको दे दो तो काम करेगा। एडवांसमेंट एंड ग्रोथ, एडवांसमेंट का मतलब क्या होगा, उस बंदे को ये होगा कि मैं एडवांस तरीके से काम भी कर सकता हूँ प्लस मैं ग्रोथ भी कर सकता हूँ। अगर कहता आप ये सेटिस्फेक्शन लेवल अपनी कंपनी में देते हो प्लस जिस पे डिससेटिस्फेक्शन लेवल है वो कंपनी के आज प्रमोट पे अपने साथ मिल जाएंगे तो कोई भी कंपनी के ऑब्जेक्टिव अचीव हो जाएंगे, मींस मोटिवेशन लेवल निकल के आ जाएगा। प्रॉपर रूल कंपनी के थोपना चाहोगे तो नहीं थोप पाओगे, तो हाइजन थ्योरी यही चीज को दिखाती है। ये लीडरशिप थोड़ा बहुत स्टार्ट कर लेना, बाकी कंप्लीट कल कर देंगे। सब तो पहले है लीडरशिप की डेफिनेशन। लीडरशिप का देखो यहाँ लिखा है लीडरशिप अकॉर्डिंग टू दी अल्फोर्ड एंड बेटी, it is the ability of secure desirable action from a group of following voluntary without use of coercion। लीडरशिप कहना वो क्वालिटी होती है बिना किसी दबाव दे पाए हुए ਤੁਸੀਂ ਆਪਣੀ क्वालिटी ਦੇ थ्रू किसी तो भी कोई काम करवा लेना, मीनस उस थ्रू इदां ਦੀਆਂ ਗੱਲਾਂ ਕਰਕੇ ਤਾਂ ਮੋਟੀਵੇਟ ਕਰਕੇ ਉਹਨੂੰ ਅਸੀਂ ਲੀਡਰशिप ਕਹਿੰਦੇ ਆ। ਇੱਕ ਤਾਂ ਹੁੰਦਾ ਬੰਦਾ ਦਬਾਅ ਦੇਤਾ ਵੀ ਮੈਂ ਤੈਨੂੰ ਇਹ ਕੰਮ ਕਰੇਗਾ ਤਾਂ ਆ ਚੀਜ਼ ਹੋਣੀ, ਉਦਾਂ ਨਹੀਂ ਬਿਨਾਂ ਕਹਿੰਦਾ ਕੋਈ ਦਬਾਅ मीनस ਕੋਸ਼ਨ ਕਰੇ ਤੁਸੀਂ ਬੰਦੇ ਤੋਂ ਕੰਮ ਨਿਕਲਵਾ ਲਓ। ਸਿਕਿਉਰ ਡਿਜ਼ਾਇਰੇਬਲ ਐਕਸ਼ਨ, ਜਿਹੜੇ ਸਾਡੇ ਡਿਜ਼ਾਇਰੇਬਲ ਐਕਸ਼ਨਸ ਹੁੰਦੇ ਨੇ ਅਸੀਂ ਉਹ ਕੰਪਲੀਟ ਕਰਵਾਣੇ, ਉਹਨੂੰ ਅਸੀਂ ਲੀਡਰशिप ਕਹਾਂਗੇ। ਇਹ ਲੀਡਰ ਸ਼ੋ ਦੀ ਵੇ ਬਾਈ ਹਿਜ਼ ਓਨ ਐਗਜ਼ਾਮਪਲ, ਲੀਡਰ ਜੋ ਆਪਣੇ ਤਰੀਕੇ ਨਾਲ ਇੱਕ ਐਗਜ਼ਾਮਪਲ ਦਿਖਾਉਂਦਾ ਹੈਗਾ। ਹੀ ਇਜ਼ ਨੋਟ ਪੁਸ਼ਰ, ਹੀ ਪੁਲਸ ਦੀ ਰੈਦਰ ਦੈਨ ਦੀ ਪੁਸ਼ਿਸ਼। ਉਹ ਪੁਸ਼ਰ ਨਹੀਂ ਹੁੰਦਾ ਵੀ ਤੁਹਾਨੂੰ ਅੱਗੇ ਭੇਜੂਗਾ ਜਾਓ ਫਟਾਫਟ, ਉਹ ਤੁਹਾਨੂੰ ਕਹਿੰਦਾ ਦਿਖਾਊਗਾ ਵੀ ਇਹ ਕੰਮ ਤੁਸੀਂ ਕਰਨਾ ਔਰ ਤੁਸੀਂ ਉਹ ਕੰਮ ਕੰਪਲੀਟ ਕਰ ਦਿੰਦੇ ਹੋ, ਤਾਂ ਅਸੀਂ ਲੀਡਰशिप ਨੂੰ ਇਹ ਵੀ ਕਹਿ ਸਕਦੇ ਹਾਂ। ਕਰੈਕਟਰਿਸਟਿਕ ਆਫ ਲੀਡਰशिप, ਲੀਡਰशिप ਦੇ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਲੀਡਰशिप ਇੰਪਲਾਈਜ਼ ਦੀ ਐਗਜ਼ਿਸਟੈਂਸ ਆਫ ਫॉलोअर्स, ਲੀਡਰशिप ਦਿਖਾਉਂਦੀ ਹੈ ਕਿ ਤੁਹਾਡੇ ਨਾਲ ਕਿੰਨੇ ਫॉलोअर्स ਨੇ, ਕਿੰਨੇ ਲੋਕ ਤੁਹਾਡੇ ਨਾਲ ਕੰਮ ਕਰ ਰਹੇ ਹੈਗੇ ਨੇ। ਲੀਡਰशिप ਇਨਵੋਲਵ ਅ ਕਮਿਊਨਿਟੀ ਆਫ ਇੰਟਰਸਟ ਬਿਟਵੀਨ ਲੀਡਰ ਐਂਡ ਹਿਜ਼ ਫੋਲੋਅਰ, ਹਮੇਸ਼ਾ ਕਹਿੰਦਾ ਤੁਹਾਡੇ ਵਿੱਚ ਕੋਆਪਰੇਸ਼ਨ ਲੈਵਲ ਕਮਿਊਨਿਟੀ ਲੈਵਲ ਨੂੰ ਸੈਟਅਪ ਕਰਕੇ ਦਿਖਾਉਂਦੇ, ਕਿਉਂਕਿ ਲੀਡਰशिप ਨਹੀਂ ਹੋਊਗੀ ਤਾਂ ਕੋਈ ਬੰਦੇ ਨਾਲ ਨਹੀਂ ਜੁੜਦੇ ਹੋਣਗੇ, ਜਿਹੜੇ ਬੰਦੇ ਜੁੜੇ ਹੋਣਗੇ ਤਾਂ ਉੱਥੇ ਕਮਿਊਨਿਟੀ ਦਿਖਾਉਂਦੇ ਵਿੱਚ ਆਪਸ ਮਿਲ ਕੇ ਇਸ ਤਰ੍ਹਾਂ ਕੰਮ ਹੁੰਦਾ ਹੈ। ਲੀਡਰशिप ਇਨਵੋਲਵਸ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਅਥਾਰਟੀ ਅਮੰਗ ਦ ਲੀਡਰ ਐਂਡ ਗਰੁੱਪ,
ਲੀਡਰਸ਼ਿਪ ਦੇ ਵਿੱਚ ਅਨਈਕੁਅਲ ਅਥਾਰਟੀ ਕਦੀ ਵੀ ਨਹੀਂ ਹੁੰਦੀ ਹੈ। ਸਭ ਨੂੰ ਇਕੁਅਲ ਅਥਾਰਟੀ ਦਿੱਤੀ ਹੁੰਦੀ ਹੈ, ਸਭ ਨੂੰ ਰਿਸਪੌਂਸਿਬਿਲਿਟੀ ਵੀ ਇਕੁਅਲ ਦਿੱਤੀ ਹੁੰਦੀ ਹੈ। ਬਸ ਇਹ ਹੁੰਦੇ ਵੀ ਇੱਕ ਪਰਸਨ ਕਮਾਂਡ ਦੇਣਾ, ਉਹਨਾਂ ਦਾ ਬਾਕੀ ਮਿਲ ਕੇ ਕੰਮ ਕਰਨ ਵਾਲੇ ਹੁੰਦੇ ਨੇ। ਲੀਡਰशिप इज ए प्रोसेस ऑफ इन्फ्लुएंस। लीडरशिप प्रोसेस जो है प्रभावित करने वाली है, दबाव पर आने वाली नहीं है। सिर्फ गल्लां नाल ही प्रभाव कर देंगे ने और तो काम कंप्लीट करवा लेंगे ने। लीडरशिप इज ए फंक्शन ऑफ स्टिमुलेशन। स्टिमुलेशन का मतलब होंदा है प्रभावित करना ही होंदा। वैसे स्टिमुलेशन का मीनस हर एक बंदा अपनी इच्छा नाल काम कंप्लीट करके दिंदा हैगा। मीनस तुहानू कुछ ना कुछ एग्जांपल सैट कर देंगे और तुसी अपनी इच्छा नाल काम कंप्लीट कर दोगे। इनू भी असीं स्टिमुलेशन नू भी प्रभावित करना ही कहने। ए लीडर मस्ट बी एक्सप्लेनेटरी। लीडर हमेशा कहना एक्सप्लेनरी होना चाहिए। मीनस ਉਹਦੇ ਕੋਲ एग्जांपल्स होने चाहिए ने ਤਾਂ ਕੰਮ ਕੰਪਲੀਟ ਹੋ ਸਕਦਾ ਹੈ। अगर एग्जांपल नहीं होणगीਆਂ ਫਿਰ ਧਰਨੇ ਦੇ ਗੁੱਟ ਵੀ ਪੈਂਦੀ ਹੁੰਦੀ ਹੈ। ए लीडर इंश्योर एब्सोल्यूट जस्टिस। हमेशा कहना ਤੁਹਾਡੇ ਕੋਲ एब्सोल्यूट्स संतुष्ट ਲੈਵਲ ਲਈ ਇੱਕ ਪੱਕੇ ਤੌਰ ਤੇ ਤੁਹਾਡੇ ਕੋਲ ਕੁਝ ਨਾ ਕੁਝ ਜਸਟਿਸ ਹੋਣਾ ਚਾਹੀਦਾ ਹੈਗਾ। ਮੀਨ ਤੁਸੀਂ ਕੋਈ ਕੰਮ ਕੰਪਲੀਟ ਕਰਵਾ ਰਹੇ ਹੋ, ਅਗਰ ਕੋਈ ਬੰਦਾ ਕਹਿ ਰਿਹਾ ਵੀ ਇਹ ਗਲਤ ਹੋ ਸਕਦਾ ਹੈ ਤਾਂ ਤੁਹਾਡੇ ਕੋਲ ਠੋਸ ਸਬੂਤ ਹੋਣੇ ਚਾਹੀਦੇ ਨੇ ਔਰ ਯੂਨੀਕ ਹੋਣੇ ਚਾਹੀਦੇ ਨੇ। ਲੀਡਰਸ਼ਿਪ ਸਟਾਈਲ ਐਂਡ ਪੈਟਰਨ। ਲੀਡਰਸ਼ਿਪ ਦੇ ਵੀ ਸਟਾਈਲਸ ਔਰ ਪੈਟਰਨ ਹੁੰਦੇ ਨੇ। ਇਦਾਂ ਨਹੀਂ ਕਿਸੇ ਬੰਦੇ ਨੂੰ ਲੀਡਰ ਬਣਾ ਦਾਂਗੇ ਔਰ ਮੰਨ ਕੇ ਵੀ ਆਪਣੇ ਨਾਲ ਸਾਰੇ ਬੰਦਿਆਂ ਨੂੰ ਤੋੜ ਲਊਗਾ, ਨਹੀਂ। ਉਹਦੇ ਵਿੱਚ ਕੁਝ ਸਟਾਈਲਸ ਔਰ ਕੰਮ ਕਰਨ ਦੇ ਤਰੀਕੇ ਜ਼ਰੂਰ ਹੁੰਦੇ ਨੇ। ਫਿਰ ਹੈ ਲੀਡਰਸ਼ਿਪ ਸਟਾਈਲਸ। ਕਿਸ ਤਰ੍ਹਾਂ ਦੇ ਸਟਾਈਲਸ ਹੁੰਦੇ ਨੇ? ਸਭ ਤੋਂ ਪਹਿਲਾਂ ਮੈਨੇਜਰ ਮੇਕ ਡਿਸੀਜਨ ਐਂਡ ਅਨਾਉਂਸਸ। ਲੀਡਰਸ਼ਿਪ ਦੇ ਵਿੱਚ ਕੀ ਹੈ? ਮੈਨੇਜਰ ਕਹਿੰਦਾ ਡਿਸੀਜਨ ਬਣਾਉਂਦੇ ਨੇ ਔਰ ਅਨਾਉਂਸ ਕਰ ਦਿੰਦੇ ਨੇ। ਲੀਡਰਸ਼ਿਪ ਇਹਨੂੰ ਫੋਲੋ ਕਰਦੀ। ਦੂਸਰਾ ਮੈਨੇਜਰ ਸੈਲ ਹਿਸ ਡਿਸੀਜਨ। ਮੈਨੇਜਰ ਜੇ ਆਪਣੇ ਸੈਲ ਡਿਸੀਜਨ ਜੋ ਹੈ ਸੈਲ ਕਰਦੇ ਨੇ, क्योंकि एक तरह का वेचना ही हो गया। मैंने डिसीजन बनाया और आगे दसते, वो लीडरशिप ही होगी एक तरह की। मैनेजर्स प्रेजेंट्स हिज आइडियाज इनवाइट्स क्वेश्चंस। लीडरशिप ਦੇ ਵਿੱਚ ਕਹਿੰਦਾ ਹਮੇਸ਼ਾ ਆਪਣੇ ਆਈਡੀਆ ਨੂੰ ਪ੍ਰੈਜ਼ੈਂਟ ਕਰਿਆ ਜਾਂਦਾ ਔਰ ਕੁਐਸਚਨ ਜੋ ਇਨਵਾਈਟ ਕਰਿਆ ਜਾਂਦਾ ਕਿ ਤੁਸੀਂ ਕੁਐਸਚਨਿੰਗ ਕਰੋ ਵੀ ਤੁਹਾਡੇ ਕੀ ਕੁਐਸਚਨ ਨੇ, ਅਸੀਂ ਉਹਦਾ ਆਨਸਰ ਦੇ ਦਾਂਗੇ। ਮੈਨੇਜਰ ਪ੍ਰੈਜ਼ੈਂਟਸ ਅ ਟੈਂਟੇਟਿਵ ਡਿਸੀਜਨ ਸਬਜੈਕਟ ਟੂ ਚੇਂਜ। ਮੈਨੇਜਰਸ ਹਮੇਸ਼ਾ ਕੋਈ ਵੀ ਡਿਸੀਜਨ ਜਿਹੜਾ ਹੋਊਗਾ ਉਹ ਟੈਂਟੇਟਿਵ ਹੋਊਗਾ, ਉਹਦੇ ਪਿੱਛੇ ਕੁਝ ਨਾ ਕੁਝ ਰੀਜ਼ਨ ਦਿਖਾਣਗੇ ਵੀ ਜੋ ਵੀ ਅਸੀਂ ਚੇਂਜ ਕਰ ਰਹੇ ਹਾਂ ਤਾਂ ਕਿਸ ਬੇਸ ਨਾਲ ਚੇਂਜ ਕਰ ਰਹੇ ਹਾਂ। Managers may present the problem, get the suggestion and make then his own decision. Managers ਹਮੇਸ਼ਾ ਲੀਡਰਸ਼ਿਪ ਦੇ ਵਿੱਚ ਕੀ ਨੇ? ਪ੍ਰੋਬਲਮ ਤੁਹਾਨੂੰ ਦੱਸ ਦਿੰਦੇ ਨੇ, ਤੁਹਾਡੇ ਤੋਂ ਆਨਸਰਸ ਲੈਣਗੇ ਔਰ ਨੌਲੇਜ ਇਕੱਠੀ ਕਰਨਗੇ, ਫਿਰ ਆਪਣਾ ਡਿਸੀਜਨ ਲਗਾ ਕੇ ਉਹਨੂੰ ਅਪਲਾਈ ਕਰਵਾ ਦਿੰਦੇ ਨੇ। Managers may define the limits, request they make a group decision. Managers ਹਮੇਸ਼ਾ ਕਹਿੰਦਾ ਲਿਮਿਟਸ ਡਿਫਾਈਨ ਕਰ ਦਿੰਦੇ ਨੇ ਵੀ ਤੁਸੀਂ ਗਰੁੱਪ ਦੇ ਵਿੱਚ ਆਏ ਹੋ, ਤੁਹਾਡੀਆਂ ਲਿਮਿਟਸ ਇਹ ਨੇ, ਤੁਸੀਂ ਇੱਥੇ ਤੱਕ ਕੰਮ ਕਰ ਸਕਦੇ ਹੋ, ਫਿਰ ਆਪਣਾ ਡਿਸੀਜਨ ਸੈਟਅਪ ਕਰ ਲੈਂਦੇ ਨੇ। Manager may permit the full involvement of subordinates in decision making. Manager mostly ਪੂਰੀ ਦੀ ਪੂਰੀ ਇਨਵੋਲਵਮੈਂਟ ਦਿੰਦੇ ਨੇ ਜਿੰਨੇ ਸਬੋਰਡੀਨੇਟਸ ਕੰਮ ਕਰ ਰਹੇ ਨੇ, ਜਿੰਨੇ ਨੀਚੇ ਲੈਵਲ ਤੇ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਪੂਰਾ ਚਾਂਸ ਦਿੰਦੇ ਨੇ ਵੀ ਤੁਸੀਂ ਇਨਵੋਲਵ ਹੋ ਕੇ ਕੰਮ ਨੂੰ ਕੰਪਲੀਟ ਕਰਾਉਣ, ਸਾਡੀ ਹੈਲਪ ਕੰਪਲੀਟ ਕਰੋ। ਤਾਂ ਇਹ ਲੀਡਰਸ਼ਿਪ ਦੇ ਸਟਾਈਲ ਨੇ ਸਾਡੇ ਕੋਲ।